साधना कोई विलोको असीना जहान दे सावन कृपाल वाजो किसे जान दे सावन कृपाल वाजो किसे जान दे। हाँ भाई ਤੁਹਾਡੇ ਸਭ ਦੇ ਅੱਗੇ ਗੁਰੂ ਰਾਮਦਾਸ ਜੀ ਮਹਾਰਾਜ ਦਾ ਛੋਟਾ ਜਿਹਾ ਸ਼ਬਦ ਲਿਆ ਜਾਂਦਾ ਹੈ। ਗੁਰੂ ਰਾਮਦਾਸ ਜੀ ਮਹਾਰਾਜ ਦੇ ਛੋਟੀ ਅਵਸਥਾ 'ਚ ਹੀ ਮਾਤਾ ਪਿਤਾ ਚਲਾਣਾ ਕਰ ਗਏ ਸਨ। ਘਰ ਦੇ ਨਿਰਵਾਹ ਵਾਸਤੇ ਖੁਦ ਇਹਨਾਂ ਨੂੰ ਬਚਪਨੇ ਤੋਂ ਰੋਜੀ ਰੋਟੀ ਕਮਾਉਣੀ ਪਈ। ਆਪ ਬੜੇ ਸਤਵਾਦੀ ਸਨ, ਬਹੁਤ ਅੱਛੇ ਸੁਭਾਅ ਦੇ ਸਨ। ਗੁਜ਼ਾਰੇ ਵਾਸਤੇ ਘੁੰਗਣੀਆਂ ਛੋਲਿਆਂ ਦੀਆਂ ਵੇਚਿਆ ਕਰਦੇ ਸਨ ਔਰ ਉਹਨਾਂ ਦੀ ਸਾਦਗੀ ਨਿਮਰਤਾ ਨੇ ਹੀ ਆਪ ਨੂੰ ਗੁਰੂ ਅਮਰਦੇਵ ਜੀ ਮਹਾਰਾਜ ਦੀ ਸੇਵਾ ਵਿੱਚ ਲਿਆਂਦਾ ਔਰ ਗੁਰੂ ਅਮਰਦੇਵ ਜੀ ਮਹਾਰਾਜ ਨੇ ਆਪਦੀ ਲੜਕੀ ਦੀ ਸ਼ਾਦੀ ਹੀ ਉਹਨਾਂ ਨਾਲ ਕਰ ਦਿੱਤੀ। ਜਦ ਆਪ ਬੌਲੀ ਸਾਹਿਬ ਗੁਰੂ ਅਮਰਦੇਵ ਜੀ ਲਵਾ ਰਹੇ ਸਨ, ਉਦੋਂ ਆਪ ਨੇ ਔਰ ਉਹਨਾਂ ਦੀ ਘਰਵਾਲੀ ਬੀਬੀ ਭਾਨੀ ਨੇ ਬੜੀ ਸੇਵਾ ਕੀਤੀ। ਜਦ ਕਿਸੇ ਦੁਖੀ ਨੂੰ ਦੇਖਦੇ ਸਨ ਫੌਰਨ ਉਹਦੀ ਮਦਦ ਵਾਸਤੇ ਜਾਂਦੇ ਸਨ। ਗੁਰੂ ਪਿਆਰ ਤਾਂ ਆਪ ਦੇ ਅੰਦਰ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਵਿਰਾਸਤ ਦੇ ਵਿੱਚ ਹੀ ਆਪ ਨੂੰ ਗੁਰੂ ਪਿਆਰ ਮਿਲਿਆ ਹੋਇਆ ਸੀਗਾ। ਉਸੇ ਗੁਰੂ ਪਿਆਰ ਦਾ ਸਦਕਾ ਗੁਰੂ ਅਮਰਦੇਵ ਜੀ ਮਹਾਰਾਜ ਨੇ ਆਪ ਨੂੰ ਸੰਗਤ ਦੀ ਅਗਵਾਈ ਦੇਣ ਵਾਸਤੇ ਮੁਕਰਰ ਕੀਤਾ। ਆਪ ਦੀ ਸੰਗਤ ਦੇ ਵਿੱਚ ਬਹੁਤ ਸਾਰੇ ਯੋਗੀਆਂ ਨੇ, ਸੰਨਿਆਸੀਆਂ ਨੇ, ਉਦਾਸੀਆਂ ਨੇ ਸ਼ਾਂਤੀ ਪ੍ਰਾਪਤ ਕੀਤੀ, ਨਾਮ ਪ੍ਰਾਪਤ ਕੀਤਾ। ਗੁਰੂ ਰਾਮਦਾਸ ਦੇ ਅੱਗੇ ਕਿਸੇ ਨੇ ਸਵਾਲ ਕੀਤਾ ਕਿ ਗੁਰੂ ਔਰ शिष्य ਦਾ ਕੀ ਰਿਸ਼ਤਾ ਹੈ ਔਰ ਗੁਰੂ ਜਿਹੜਾ ਹੈ ਉਹ ਆਪਦੇ शिष्य ਨੂੰ ਕੀ ਸਮਝਦਾ ਹੈ, ਕਿਸ ਤਰ੍ਹਾਂ ਉਹਦੀ ਸੰਭਾਲ ਕਰਦਾ ਹੈ। ਗੁਰੂ ਰਾਮਦਾਸ ਜੀ ਮਹਾਰਾਜ ਇਹ ਛੋਟੇ ਜਿਹੇ ਸ਼ਬਦ ਦੇ ਅੰਦਰ ਉਸ ਪ੍ਰੇਮੀ ਦਾ ਸਵਾਲ ਦਾ ਜਵਾਬ ਦਿੰਦੇ ਹੈ। ਗੌਰ ਨਾਲ ਸੁਣਨ ਵਾਲਾ ਸ਼ਬਦ ਹੈ। ਗੌੜੀ ਬੈਰਾਗਣ ਮਹੱਲਾ ਚੌਥਾ ਪੰਨਾ 168। ਜਿਉ ਜਨਨੀ ਸੁਤ ਜਨ ਪਾਲਤੀ ਰਾਖੈ ਨਦਰ ਮਜਾਰ ਅੰਤਰ ਬਾਹਰ ਮੁਖ ਦੇ ਗਿਰਾਸ ਕਿਨ ਕਿਨ ਪੁਚਾਰ ਜਿਉ ਸਤ ਗੁਰ ਜਿਉ ਜਨਨੀ ਸੁਤ ਜਨ ਪਾਲਤੀ ਰਾਖੈ ਨਦਰ ਮਜਾਰ। ਆਪ ਪਿਆਰ ਦੇ ਨਾਲ ਦੱਸਦੇ ਹੈ ਜਿਸ ਤਰ੍ਹਾਂ ਮਾਤਾ ਦੇ ਪੇਟ ਅੰਦਰ ਜਦ ਤੋਂ ਬੱਚਾ ਪ੍ਰਵੇਸ਼ ਕਰ ਲੈਂਦਾ ਹੈ, ਪਹਿਲਾਂ ਤਾਂ ਮਾਤਾ ਉਹਦੀ ਪੇਟ ਦੇ ਅੰਦਰ ਹੀ ਰੱਖਿਆ ਕਰਦੀ ਹੈ। ਕੋਈ ਐਸਾ ਖਾਣਾ ਨਹੀਂ ਖਾਂਦੀ ਜਿਹਦੇ ਨਾਲ ਕਿ ਅੰਦਰ ਬੱਚੇ ਨੂੰ ਤਕਲੀਫ ਹੋਵੇ। ਉੱਚੇ ਨੀਵੇਂ ਥਾਂ ਪੈਰ ਨਹੀਂ ਰੱਖਦੀ ਗੀ, ਮਤਾ ਕਿਤੇ ਬੱਚੇ ਨੂੰ ਚੋਟ ਲੱਗ ਜਾਵੇ। ਹਰ ਕਿਸਮ ਦਾ ਉਹ ਖਿਆਲ ਪੈਦਾ ਕਰਦੀ ਹੈ ਅੱਛਾ, ਤਾਂ ਕਿ ਆਉਣ ਵਾਲੀ ਆਤਮਾ ਦੇ ਉੱਪਰ ਅੱਛਾ ਅਸਰ ਪੈ ਸਕੇ। ਪੈਦਾ ਹੋਣ ਤੋਂ ਬਾਅਦ ਮਾਤਾ ਆਪਦੀ ਜ਼ਿੰਮੇਵਾਰੀ ਤੋਂ ਹੱਥ ਪਿੱਛੇ ਨਹੀਂ ਖਿੱਚਦੀ ਗੀ, ਬਲਕਿ ਹੋਰ ਵੀ ਜ਼ਿੰਮੇਵਾਰੀ ਨਿਭਾਉਂਦੀ ਹੈ। ਬੱਚਾ ਰਾਤ ਨੂੰ ਪਿਸ਼ਾਬ ਕਰ ਦਿੰਦਾ ਹੈ, ਮਾਤਾ ਗਿੱਲੇ ਥਾਂ ਖੁਦ ਪੈ ਜਾਂਦੀ ਹੈ, ਬੱਚੇ ਵਾਸਤੇ ਸੁੱਕਾ ਥਾਂ ਰੱਖਦੀ ਹੈ ਔਰ ਜੈਸੀ ਖੁਰਾਕ ਦੀ ਉਸ ਨੂੰ ਜ਼ਰੂਰਤ ਹੈ ਉਹਦੇ ਮੁਤਾਬਕ ਹੀ ਉਸ ਨੂੰ ਖੁਰਾਕ ਦਿੰਦੀ ਹੈ। ਅੰਦਰ ਬਾਹਰ ਕਿਸੇ ਜਗ੍ਹਾ ਜਾਂਦੀ ਹੈ, ਆਪਣਾ ਖਿਆਲ ਹਮੇਸ਼ਾ ਹੀ ਬੱਚੇ ਵਿੱਚ ਹੀ ਰੱਖਦੀ ਹੈ। ਅੱਜ ਕੱਲ੍ਹ ਤਾਂ
ਤੁਹਾਨੂੰ ਪਤਾ ਹੀ ਹੈ ਕਿ ਬੱਚਾ ਪਾਲਣ ਦੇ ਬਹੁਤ ਸਾਰੇ ਸਾਧਨ ਬਣ ਚੁੱਕੇ ਹੈ। ਇਸ ਕਿਸਮ ਦਾ ਕੱਪੜਾ ਬੱਚੇ ਦੇ ਲੱਕ ਨਾਲ ਬੱਧਾ ਜਾਂਦਾ ਹੈ ਕਿ ਬੱਚਾ ਅਗਰ ਟੱਟੀ ਫਿਰੇ ਤਾਂ ਉਸੇ ਦੇ ਅੰਦਰ ਹੀ ਰਹਿ ਜਾਵੇ। ਲੇਕਿਨ ਜਿਹੜੇ ਪਿਛਲੇ ਜ਼ਮਾਨੇ ਸਨ, ਅੱਜ ਤੋਂ 30-40 ਸਾਲ ਪਹਿਲਾਂ, ਇਸ ਤਰ੍ਹਾਂ ਦੇ ਸਾਧਨ ਨਹੀਂ ਹੁੰਦੇ ਸੀਗੇ ਔਰ ਮਾਤਾ ਪਿਤਾ ਦੇ ਦਿਲ ਅੰਦਰ ਬੜਾ ਦਰਦ ਹੁੰਦਾ ਸੀ। ਅਗਰ ਮਾਤਾ ਖਾਣਾ ਖਾਂਦੀ ਹੁੰਦੀ, ਬੱਚਾ ਟੱਟੀ ਫਿਰ ਦੇਵੇ, ਉਸੇ ਥਾਂ ਹੀ ਮਾਤਾ ਆਪਣਾ ਖਾਣਾ ਰੱਖ ਦਿੰਦੀ ਔਰ ਬੱਚੇ ਨੂੰ ਪਹਿਲਾਂ ਸਾਂਭਦੀ, ਉਹਦਾ ਹਰ ਕਿਸਮ ਦਾ ਸਫਾਈ ਦਾ ਖਿਆਲ ਰੱਖਦੀ। ਮਾਤਾ ਦੀ ਕੁਰਬਾਨੀ ਕੋਈ ਛੋਟੀ ਜੀ ਨਹੀਂ ਹੁੰਦੀ ਬੱਚਾ ਪਾਲਣ ਦੇ ਵਿੱਚ। ਇੱਥੋਂ ਤੱਕ ਦੇਖਿਆ ਜਾਂਦਾ ਹੈ ਬਾਜ਼ ਦਫਾ ਮਾਤਾ ਬੱਚੇ ਨੂੰ ਖਾਣਾ ਖਾਣ ਨੂੰ ਦਿੰਦੀ ਹੈ ਔਰ ਖੁਦ ਵੀ ਸਾਥ ਖਾਂਦੀ ਹੈ। ਬੱਚਾ ਵਾਸਤੇ ਜੋ ਖਾਣਾ ਹੈ ਬੱਚਾ ਉਹ ਨਹੀਂ ਖਾਂਦਾ, ਜੋ ਮਾਤਾ ਮੂੰਹ ਵਿੱਚ ਪਾਉਂਦੀ ਹੈ ਉਸ ਨੂੰ ਮੂੰਹ ਚੋਂ ਕੱਢ ਕੇ ਖਾਣ ਨੂੰ ਪਿਆਰ ਹੁੰਦਾ ਹੈ, ਹੱਥ ਪਾਉਂਦਾ ਹੈ ਕਿ ਹਾਂ ਮੂੰਹ ਵਾਲਾ ਦੇ। ਮਾਤਾ ਉਹਦਾ ਰੋਸ ਨਹੀਂ ਮਨਾਉਂਦੀਗੀ, ਗੁੱਸਾ ਨਹੀਂ ਕਰਦੀਗੀ, ਉਹਦੇ ਥੱਪੜ ਨਹੀਂ ਲਾਉਂਦੀ, ਬਲਕਿ ਪਿਆਰ ਨਾਲ ਉਸ ਨੂੰ ਉਹ ਵੀ ਕੱਢ ਕੇ ਦੇਣ ਵਾਸਤੇ ਤਿਆਰ ਹੋ ਜਾਂਦੀ ਹੈ। ਸਾਡੇ ਹਿੰਦੁਸਤਾਨ 'ਚ ਆਮ ਰਿਵਾਜ ਸੀਗਾ, ਹਰਿਦੁਆਰ ਤੇ ਲੋਕ ਨਹਾਉਣ ਵਿੱਚ ਮੁਕਤੀ ਸਮਝਦੇ ਸਨ। ਲੇਕਿਨ ਜਿਹੜੇ ਸਿਆਣੇ ਆਦਮੀ ਸਨ ਉਹ ਇਹ ਦੱਸਦੇ ਸੀ ਬਈ ਜਿਹਦੇ ਘਰੇ ਮਾਤਾ ਪਿਤਾ ਹੈ ਉਹਨੂੰ ਗੰਗਾ ਜਮਨਾ ਦੇ ਵਿੱਚ ਇਸ਼ਨਾਨ ਕਰਨ ਦੀ ਲੋੜ ਹੈ। ਉਹ ਕੀ ਲੋੜ ਹੈ? ਉਹਦਾ ਤੀਰਥ ਘਰੇ ਹੀ ਹੈ। ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਦਾ ਕਰਜ਼ ਚੁਕਾਏ ਜਿਹੜਾ ਕਿ ਬਚਪਨੇ ਤੇ ਉਹਨਾਂ ਨੇ ਉਸ ਦੇ ਜੁਮੇ ਕੀਤਾ ਹੋਇਆ ਹੈ। ਖੁਸ਼ੀ ਜਾਏ ਗੰਗਾ ਜਮਨਾ, ਕੀਤੀ ਮਾਤਾ ਤੇ ਬਾਪ ਦੀ ਨਾ ਸੇਵਾ। ਕਬੀਰ ਸਾਹਿਬ ਕਹਿੰਦੇ ਹੈ ਅੱਜ ਦੇ ਹਾਲਾਤ ਕਨੀ ਦੇਖ ਕੇ, ਕਿਉਂਕਿ ਅੱਜ ਦੇ ਨੌਜਵਾਨ ਜਿਹੜੇ ਹਨ ਉਹ ਜੋ ਕੁਛ ਮਾਤਾ ਪਿਤਾ ਨੇ ਉਹਨਾਂ ਬੱਚਿਆਂ ਵਾਸਤੇ ਕੀਤਾ ਹੁੰਦਾ ਹੈ ਉਸ ਨੂੰ ਬਿਲਕੁਲ ਯਾਦ ਨਹੀਂ ਕਰਦੇ, ਭੁੱਲ ਜਾਂਦੇ ਹੈ। ਬਲਕਿ ਖਾਸ ਕਰਕੇ ਅੱਜ ਕੱਲ੍ਹ ਤਾਂ ਬਿਰਧ ਆਸ਼ਰਮ ਬਣ ਰਹੇ ਹੈ। ਜਿਸ ਤਰ੍ਹਾਂ ਹਿੰਦੁਸਤਾਨ ਦੇ ਅੰਦਰ ਪਹਿਲਾਂ ਗਊਸ਼ਾਲਾ ਬਣੇ ਸਨ ਕਿ ਜਦ ਬੁੱਢੇ ਬੈਲ ਬੁੱਢੀਆਂ ਗਾਈਆਂ ਕੰਮ ਦੀਆਂ ਨਾ ਰਹਿਣ ਉਸ ਵੇਲੇ ਉਹਨਾਂ ਨੂੰ ਗਊਸ਼ਾਲਾ ਦੇ ਵਿੱਚ ਛੱਡ ਦੇਣਾ। ਔਰ ਇਹੀ ਹਾਲਤ ਅੱਜ ਕੱਲ੍ਹ ਹੈ ਕਿ ਜਦ ਬੰਦਾ ਕਿਸੇ ਕੰਮ ਦਾ ਨਹੀਂ ਰਹਿੰਦਾਗਾ, ਬੱਚੇ ਸੇਵਾ ਨਹੀਂ ਕਰਦੇ, ਉਹਨਾਂ ਨੂੰ ਬਿਰਧ ਆਸ਼ਰਮ ਦੇ ਵਿੱਚ ਛੱਡਿਆ ਜਾਂਦਾ ਹੈ। ਉਹਨਾਂ ਦਾ ਕੌਣ ਬਾਲੀ ਵਾਰਸ ਹੁੰਦਾ ਹੈ? ਕਬੀਰ ਸਾਹਿਬ ਕਹਿੰਦੇ ਆ ਜੀਵਤ ਪਿਤਰ ਨਾ ਮਾਨੇ ਕੋ, ਮੂਏ ਸਰਾਧ ਕਰਾਹੀ, ਪੁੱਤਰ ਵੀ ਬਪਰੇ ਕੋ ਪਾਵੇ, ਕਊਆ ਕੂਕਰ ਖਾਹੀ। ਜਿਉਂਦੇ ਮਾਤਾ ਪਿਤਾ ਦੀ ਕੋਈ ਸੇਵਾ ਨਹੀਂ ਕਰਦਾ, ਜਦ ਮਾਤਾ ਪਿਤਾ ਗੁਜ਼ਰ ਜਾਂਦੇ ਹੈ ਔਰ ਉਦੋਂ ਉਹਨਾਂ ਦੇ ਨਾਂ ਦੇ ਉੱਤੇ ਅਸੀਂ ਲੋਕ ਆਮ ਤੌਰ ਦੇ ਉੱਤੇ ਬਰਾਦਰੀ ਵਾਲਿਆਂ ਨੂੰ ਕਾਫੀ ਅੱਛੇ ਖਾਣੇ ਖਿਲਾਉਂਦੇ हैं ਔਰ ਉਹਨਾਂ ਦੇ ਨਾਮ ਉੱਪਰ ਪੁੰਨ ਦਾਨ ਕਰਦੇ हैं। ਹਿੰਦੁਸਤਾਨ ਤਾਂ ਪੰਡਤ ਲੋਕਾਂ ਦਾ ਜ਼ੋਰ ਸੀ। ਪੰਡਤਾਂ ਨੇ ਸਾਲ ਦੇ ਵਿੱਚ 15 ਦਿਨ, ਜਿਨ੍ਹਾਂ ਨੂੰ ਸਰਾਧ ਬੋਲਦੇ ਹੈ, ਮਰੇ ਪਿਤਰਾਂ ਵਾਸਤੇ ਖੀਰ, ਪੂੜੀ, ਹਲਵਾ ਔਰ ਉਸ ਤੋਂ ਬਾਅਦ ਖੀਰ ਖਾਣ ਨਾਲ ਕੇ ਦੰਦ ਘਸ ਜਾਂਦੇ ਹੈ, ਦੰਦ ਘਸਾਈ ਵੀ ਲੈਂਦੇ ਹੈ। ਜੋ ਮੰਗ ਲੈਣ ਘਰ ਵਾਲੇ ਨੂੰ ਸਭ ਕੁਝ ਦੇਣਾ ਪੈਂਦਾ ਹੈ ਕਿ ਸਾਨੂੰ ਅਗਰ ਖਵਾਓਗੇ ਤੁਹਾਡੇ ਪਿਤਰਾਂ ਨੂੰ ਪਹੁੰਚਣਗੇ। ਔਰ ਮੇਰਾ ਇੱਕ ਰਿਸ਼ਤੇਦਾਰ ਸੀ, ਉਸ ਦਾ ਪਿਤਾ ਗੁਜ਼ਰ ਗਿਆ। ਅੱਜ ਤੋਂ 30 ਸਾਲ ਪਹਿਲਾਂ ਦਾ ਵਾਕਿਆ ਹੈ। ਜਦ ਉਸ ਨੂੰ ਸਾਲ ਗੁਜ਼ਰੇ ਨੂੰ ਹੋਇਆ, ਉਹਨਾਂ ਨੇ ਸੋਚਿਆ ਕਿ ਸੰਤ ਨੂੰ ਖਾਣਾ ਖਵਾਈਏ, ਕਿਉਂਕਿ ਉਹਦੇ ਪਿਤਾ ਦਾ ਮੇਰੇ ਨਾਲ ਬਹੁਤ ਪਿਆਰ ਸੀਗਾ ਵੀ ਅੱਛਾ ਹੈ ਕਿਸੇ ਪੰਡਤ ਨੂੰ ਨਾ ਸੱਦੋ। ਜਦ ਉਹਨਾਂ ਨੇ ਮੇਰੇ ਤੇ ਖਾਣਾ ਰੱਖਿਆ ਘਰੇ, ਬੜਾ ਇੱਜ਼ਤ ਦਾ, ਪਿਆਰ ਦਾ, ਮੈਨੂੰ ਕਹਿਣ ਲੱਗੇ ਕਿ ਇਹ ਤੁਹਾਡੇ ਦੋਸਤ ਦੇ ਨਾਂ ਦਾ ਤੁਹਾਨੂੰ ਖਵਾਇਆ ਜਾਂਦਾ ਹੈ। ਮੈਂ ਬਚਪਨੇ ਤੋਂ ਹੀ ਬੇਸ਼ੱਕ ਪਰਮਾਤਮਾ ਕਿਰਪਾਲ ਨਹੀਂ ਮਿਲਿਆ ਸੀ ਜਾਂ ਬਾਬਾ ਵਿਸ਼ਨਦਾਸ ਨਹੀਂ ਮਿਲਿਆ ਸੀਗਾ, ਸੁਭਾਵਕ ਹੀ ਮੇਰੇ ਮੂੰਹ ਦੇ ਵਿੱਚੋਂ ਸੱਚ ਬਾਤ ਨਿਕਲਦੀ ਸੀਗੀ। ਮੈਂ ਉਹਨਾਂ ਨੂੰ ਕਿਹਾ ਦੇਖੋ ਬਈ, ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਇੱਕ ਆਦਮੀ ਕੋਠੇ ਤੇ ਬੈਠ ਜਾਓ, ਮੈਂ ਉਹਦੇ ਨਾਂ ਦਾ ਖਾਣਾ ਖਾ ਲੈਣਾ ਹੈ। ਜੇ ਤਾਂ ਉਸ ਨੂੰ ਕੋਈ ਅਸਰ ਹੋ ਗਿਆ ਤਾਂ ਤੁਹਾਡੇ ਪਿਤਾ ਨੂੰ ਵੀ ਜਾ ਕੇ ਹੋ ਜਾਏਗਾ ਅਸਰ। ਹਾਲਾਂਕਿ ਉਹਦਾ ਪਤਾ ਨਹੀਂ ਕਿ ਉਹ ਕਿਸ ਜੂਨ 'ਚ ਹੈ, ਕਿੱਥੇ ਹੈ। ਔਰ ਜਦ ਪਤੇ ਤੋਂ ਬਿਨਾਂ ਕਿਸੇ ਥਾਂ ਪੱਤਰ ਨਹੀਂ ਪਹੁੰਚਦਾਗਾ ਕਿ ਮੇਰਾ ਮੂੰਹ ਲੈਟਰ ਬਕਸ ਤਾਂ ਹੈ ਨਹੀਂ, ਜਾਂ ਪੰਡਤਾਂ ਦਾ ਮੂੰਹ ਲੈਟਰ ਬਕਸ ਤਾਂ ਹੈ ਨਹੀਂਗਾ ਵੀ ਇੱਥੇ ਖੀਰ ਕੜਾਹ ਪਾਇਆ ਮੂੰਹ 'ਚ ਅੱਗੇ ਜਾ ਕੇ ਸਵਰਗਾਂ 'ਚ ਨਿਕਲ ਪਏਗਾ। ਬਾਬਾ ਵਿਸ਼ਨਦਾਸ ਦੱਸਦੇ ਹੁੰਦੇ ਸੀਗੇ ਕਿ ਉਹ ਲੋਕ ਮਹੀਨਾ 2 ਮਹੀਨੇ ਪਹਿਲਾਂ ਹੀ ਦੱਸ ਦਿੰਦੇ ਬਈ ਤੁਹਾਡਾ ਬਜ਼ੁਰਗ ਗੁਜ਼ਰਿਆ ਸੀ, ਉਸ ਦਾ ਸਰਾਧ ਕਰੋ।
ਕਹਿਣ ਲੱਗੇ, ਇੱਕ ਜੱਟ ਨੂੰ ਪੰਡਤ ਨੇ ਕਿਹਾ ਕਿ ਬਈ ਤੁਹਾਡਾ ਸਰਾਧ ਆਉਣ ਵਾਲਾ ਹੈ, ਤੁਸੀਂ ਸਰਾਧ ਕਰਨਾ ਹੈ। ਉਹ ਜੱਟ ਕਹਿਣ ਲੱਗਿਆ, ਮੈਂ ਤਾਂ ਜੀ ਬਹੁਤ ਗਰੀਬ ਆਦਮੀ ਹਾਂ, ਸਿੱਧਾ ਸਾਦਾ ਹਾਂ, ਮੈਨੂੰ ਕੁਛ ਆਉਂਦਾ ਨਹੀਂਗਾ ਔਰ ਮੈਥੋਂ ਕੋਈ ਅੱਛਾ ਹਲਵਾ ਵੀ ਨਹੀਂ ਬਣੇਗਾ। ਉਹ ਕਹਿਣ ਲੱਗਿਆ, ਪੰਡਤ ਜਿਸ ਤਰ੍ਹਾਂ ਮੈਂ ਤੈਨੂੰ ਕਹੂੰਗਾ ਉਸੇ ਤਰ੍ਹਾਂ ਹੀ ਤੂੰ ਕਰ ਲੈਣਾ ਹੈ। ਉਹਨੇ ਉਸ ਨੂੰ ਰਸਦ ਦੇ ਦਿੱਤੀ, ਖੀਰ ਵਗੈਰਾ ਬਣਾਉਣ ਵਾਸਤੇ, ਹਲਵਾ ਬਣਾਉਣ ਵਾਸਤੇ। ਸਭ ਕੁਝ ਪੰਡਤ ਨੇ ਜਦੋਂ ਖਾ ਲਿਆ, ਕਿਉਂਕਿ ਪੰਡਤ ਇਹ ਸੋਚਦੇ ਸੀ ਖਾ ਕੇ ਵੀ ਸਾਡੇ ਦੰਦ ਹਲਵਾ ਖਾਣ ਨਾਲ ਕੱਸ ਗਏ ਹੈ, ਹਾਲਾਂਕਿ ਬਹੁਤ ਆਦਮੀ ਬੈਠੇ ਹੈ ਜਿਨ੍ਹਾਂ ਨੇ ਹਲਵਾ ਖਾਧਾ ਹੈ, ਉਹਦੇ ਨਾਲ ਕਾਹਦੇ ਦੰਦ ਕੱਸਣੇ ਸੀਗੇ। ਔਰ ਉਹ ਕਹਿਣ ਲੱਗਿਆ ਵੀ ਹੁਣ ਤੂੰ ਸੰਕਲਪ ਕਰ। ਪੰਡਤ ਪਿੱਛੇ ਚੂੜੀ ਛਡਾਉਂਦੇ ਹੁੰਦੇ ਸੀਗੇ ਵੀ ਜੋ ਮੈਂ ਕਹਾਂ ਉਹ ਤੂੰ ਕਹਿਣਾ ਮੈਂ ਦੇ ਦੂੰਗਾ। ਉਹ ਕਹਿਣ ਲੱਗਿਆ ਵੀ ਤੂੰ ਸੰਕਲਪ ਕਰ, ਚੂੜੀ ਛੱਡ, ਜਿਵੇਂ ਮੈਂ ਤੈਨੂੰ ਕਿਹਾ ਉਸੇ ਤਰ੍ਹਾਂ ਤੂੰ ਕਰੀ। ਪੰਡਤ ਕਹਿਣ ਲੱਗਿਆ, ਬਈ ਜਟਾ ਕਰ ਹੱਥ। ਹੁਣ ਉਹਨੂੰ ਕਿਹਾ ਸੀ ਜਿਵੇਂ ਮੈਂ ਤੈਨੂੰ ਕਿਹਾ ਉਸੇ ਤਰ੍ਹਾਂ ਕਰਨਾ ਹੈ। ਉਹ ਜੱਟ ਕਹਿੰਦਾ ਕਰ ਹੱਥ, ਉਹ ਆਦਾ ਹੈ ਬੇਵਕੂਫ। ਜੱਟ ਕਹਿੰਦਾ ਹੈ ਬੇਵਕੂਫ। ਪੰਡਤ ਨੇ ਥੱਪੜ ਮਾਰਿਆ। ਜੱਟ ਹੁਣ ਤਕੜਾ ਸੀਗਾ, ਉਸਨੇ ਚੱਕ ਕੇ ਪੰਡਤ ਨੂੰ ਥੱਲੇ ਰੱਖ ਲਿਆ, ਘਸੁੰਨ ਮੁੱਕੀ ਖੂਬ ਮਾਰੀ। ਜਦੋਂ ਪੰਡਤ ਜ਼ਿਆਦਾ ਦੁਖੀ ਹੋਇਆ, ਕਹਿਣ ਲੱਗਿਆ ਬਸ ਬਈ ਬਸ। ਜੱਟ ਕਹਿੰਦਾ ਬਸ ਬਈ ਬਸ। ਉਹ ਆਦਾ ਛੱਡ ਦੇ ਵੀ ਛੱਡ ਦੇ। ਉਹ ਕਹਿੰਦਾ ਵੀ ਛੱਡ ਦੇ ਵੀ ਛੱਡ ਦੇ। ਜੱਟ ਪਿੱਛੇ ਹੋ ਕੇ ਖੜ ਗਿਆ, ਪੰਡਤ ਪਰੇ ਖੜ ਗਿਆ। ਪੰਡਤ ਹੁਣ ਲਿਬੜਿਆ ਲੁਬੜਿਆ ਜੱਟ ਦੇ ਮੁੱਕੇ ਖਾ ਕੇ। ਜੱਟ ਦਿਲ ਦਾ ਸਾਫ਼ ਸੀ। ਜੱਟ ਕਹਿਣ ਲੱਗਾ, ਪੰਡਿਤ ਜੀ ਇਹ ਤਾਂ ਇੱਕ ਛੋਟਾ ਜਿਹਾ ਸਰਾਧ ਸੀਗਾ ਜਿਹਦੇ ਵਿੱਚ ਤੁਹਾਡੀ ਇੰਨੀ ਬੁਰੀ ਹਾਲਤ ਹੋਈ ਹੈ। ਜਿੱਥੇ ਵੱਡੇ ਸਰਾਧ ਹੁੰਦੇ ਹੋਣੇ ਆ ਉੱਥੇ ਤਾਂ ਤੁਹਾਡੇ ਬਹੁਤ ਬੁਰੀ ਹਾਲਤ ਹੁੰਦੀ ਹੋਏਗੀ। ਸੋ ਕਹਿਣ ਦਾ ਭਾਵ ਇਤਨਾ ਹੈ ਕਿ ਆਖਰ ਇਹ ਚੀਜ਼ਾਂ ਪੰਡਤ ਲੋਕਾਂ ਨੇ ਪਖੰਡ ਕਰਕੇ ਬਣਾ ਦਿੱਤੀਆਂ। ਹਾਂ ਬਈ, ਮੇਰਾ ਇਹ ਤੁਹਾਨੂੰ ਗੁਰੂ ਰਾਮਦਾਸ ਜੀ ਮਹਾਰਾਜ ਦਾ ਸ਼ਬਦ ਦੱਸਣ ਦਾ ਇਹੀ ਮਤਲਬ ਹੈ ਕਿ ਜਿਸ ਤਰ੍ਹਾਂ ਇੱਕ ਮਾਤਾ ਬੱਚੇ ਦੀ ਰੱਖਿਆ ਕਰਦੀ ਹੈ, ਸਾਹ ਸਾਹ ਨਾਲ ਉਸ ਦੀ ਪਾਲਣਾ ਕਰਦੀ ਹੈ, ਅੱਗੇ ਦੱਸਦੇ ਆ ਗੁਰੂ ਔਰ ਸਿੱਖ ਦਾ ਜੋ ਰਿਸ਼ਤਾ ਹੈ। ਜਿਉ ਜਨਨੀ ਸੁਤ ਜਨ ਪਾਲਤੀ, ਰਾਖੈ ਨਦਰ ਮਜਾਰ, ਅੰਤਰ ਬਾਹਰ ਮੁਖ ਦੇ ਗਿਰਾਸ, ਕਿਨ ਕਿਨ ਪੁਚਾਰ, ਜਿਉ ਸਤ ਗੁਰ ਗੁਰ ਸਿੱਖ ਰਾਖਤਾ, ਹਰ ਪ੍ਰੀਤ ਪਿਆਰ। ਹੁਣ ਆਪ ਪਿਆਰ ਦੇ ਨਾਲ ਕਹਿੰਦੇ ਆ, ਜਿਸ ਤਰ੍ਹਾਂ ਮਾਤਾ ਬੱਚੇ ਨੂੰ ਬੜਾ ਪਿਆਰ ਨਾਲ ਪਾਲਦੀ ਹੈ, ਇਸੇ ਤਰ੍ਹਾਂ ਗੁਰੂ ਸਿੱਖ ਦਾ ਪਿਆਰ ਹੈ। ਗੁਰੂ ਨਾਮ ਦੇ ਕੇ, ਸਿਮਰਨ ਦੇ ਕੇ ਭੁੱਲ ਨਹੀਂ ਜਾਂਦਾ, ਬੇਫਿਕਰ ਨਹੀਂ ਹੁੰਦਾਗਾ। ਉਹ ਵੀ ਆਪਦੇ ਸੇਵਕਾਂ ਨੂੰ ਸਾਹ ਸਾਹ ਦੇ ਨਾਲ ਸੰਭਾਲ ਕਰਦਾ ਹੈ। ਲੇਕਿਨ ਸਾਡਾ ਮਨ ਬੇਤਵਾਰਾ ਹੈ, ਅਸੀਂ ਅੰਦਰ ਨਹੀਂ ਜਾਂਦੇ। ਇਸ ਵਾਸਤੇ ਸਾਡੇ ਦਿਲ 'ਚ ਇਹ ਖਿਆਲ ਹੁੰਦਾ ਹੈ ਕਿ ਸੰਤ ਸਤਿਗੁਰੂ ਨਾਮ ਦੇ ਕੇ ਬੇਫਿਕਰ ਹੈ, ਜਾਂ ਉਹ ਹਿੰਦੁਸਤਾਨ 'ਚ ਬੈਠੇ ਹੈ, ਅਸੀਂ ਹੋਰਾਂ ਮੁਲਕਾਂ 'ਚ ਬੈਠੇ ਹਾਂ, ਕਿਸ ਤਰ੍ਹਾਂ ਸੰਭਾਲ ਕਰ ਸਕਦਾ ਹੈ। ਇਹ ਬਾਣੀ ਉਹਨਾਂ ਮਹਾਂਪੁਰਸ਼ਾਂ ਦੀ ਹੈ ਜਿਨ੍ਹਾਂ ਦੀਆਂ ਅੱਖਾਂ ਖੁੱਲੀਆਂ ਸਨ। ਅਗਰ ਅਸੀਂ ਵੀ ਉਹਨਾਂ ਦੇ ਕਹੇ ਮੁਤਾਬਕ ਅੰਦਰ ਜਾਈਏ, ਸੱਚਾਈ ਨੂੰ ਖੁਦ ਦੇਖੀਏ, ਫਿਰ ਸਾਨੂੰ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਸ਼ਬਦ ਰੂਪ ਹਰ ਸੇਵਕ ਦੇ ਨਾਲ ਹੈ ਔਰ ਉਸ ਦੀ ਅੰਦਰੋਂ ਹੀ ਸੰਭਾਲ ਕਰਦਾ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ, ਗੁਰੂ ਦੀ ਸੰਭਾਲ ਵਿੱਚ ਕਦੇ ਕੋਈ ਫਰਕ ਨਹੀਂ ਆ ਸਕਦਾਗਾ। ਬੇਸ਼ੱਕ ਕੋਈ ਪਰਲੋਂ ਮਹਾਂਪਰਲੋਂ ਆ ਜਾਵੇ, ਕੋਈ ਐਸੀ ਘਟਨਾ ਘਟ ਜਾਵੇ ਜਿੱਥੇ ਹਜ਼ਾਰਾਂ ਸੇਵਕ ਰੋਜ਼ ਚੋਲਾ ਛੱਡਣ, ਗੁਰੂ ਆਉਂਦਾ ਹੈ, ਸਭ ਨੂੰ ਨਾਲ ਲੈ ਕੇ ਚਲਿਆ ਜਾਂਦਾ ਹੈ। ਅਗਰ ਨਾਮ ਜ਼ਿੰਮੇਵਾਰੀ ਨਾ ਹੋਵੇ ਤਾਂ ਛੋਟੀ ਇੱਕ ਬੱਚੀ 5 ਸਾਲ ਦੀ ਵੀ ਸਿਮਰ ਦੱਸ ਸਕਦੀ ਹੈ। ਗੁਰੂ ਕੋਲੇ ਜਾਣ ਦੀ ਕੀ ਲੋੜ ਸੀ। ਨਾਮ ਜ਼ਿੰਮੇਵਾਰੀ ਹੁੰਦੀ ਹੈ। ਸਤਿਗੁਰੂ ਆਪਣੀ ਜ਼ਿੰਮੇਵਾਰੀ ਜ਼ਰੂਰ ਨਿਭਾਉਂਦਾ ਹੈ। ਪ੍ਰੇਮੀਆਂ ਦੇ ਪੱਤਰਾਂ ਤੋਂ ਪਤਾ ਲੱਗਦਾ ਹੈ, ਤਜਰਬਾ ਵੀ ਦੱਸਦਾ ਹੈ ਕਿ ਸਤਸੰਗੀ ਦੀ ਤਾਂ ਸੰਭਾਲ ਹੋਣੀ ਸੀ। ਜਿਸ ਘਰ ਦੇ ਅੰਦਰ ਇੱਕ ਨਾਮਲੇਵਾ ਹੈ, ਉਹ ਆਪਣਾ ਪਿਆਰ ਗੁਰੂ ਦਾ
ਪਰਿਵਾਰ ਨੂੰ ਦੱਸ ਦਿੰਦਾ ਹੈ ਕਿ ਗੁਰੂ ਇਹ ਚੀਜ਼ ਹੁੰਦੀ ਹੈ, ਔਰ ਘਰ ਵਾਲੇ ਇਤਬਾਰ ਕਰ ਲੈਂਦੇ ਹੈ। ਉਹਨਾਂ ਦੀ ਵੀ ਸੰਭਾਲ ਗੁਰੂ ਕਰਦਾ ਹੈ ਪ੍ਰੇਮ ਪਿਆਰ ਨਾਲ। ਲੇਕਿਨ ਜੇ ਸਿੱਖ ਨਾਮ ਲੈ ਕੇ ਸ਼ਰਾਬਾਂ ਕਬਾਬਾਂ ਵਿਸ਼ੇ ਬਕਾਰਾਂ ਦਾ ਰਸ ਨਹੀਂ ਛੱਡਦਾਗਾ, ਫਿਰ ਗੁਰੂ ਦਾ ਕੀ ਕਸੂਰ ਹੋ ਸਕਦਾ ਹੈ? ਕਿਉਂਕਿ ਸਿੱਖ ਦੀਆਂ ਵੀ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਹੈ ਜਿਨ੍ਹਾਂ ਨੂੰ ਪੂਰਾ ਕਰਨਾ ਬੜਾ ਜ਼ਰੂਰੀ ਹੁੰਦਾ ਹੈ। ਜਿਉ ਸਤ ਗੁਰ ਗੁਰ ਸਿੱਖ ਰਾਖਤਾ, ਹਰ ਪ੍ਰੀਤ ਪਿਆਰ। ਮੇਰੇ RAM ਹਮ ਬਾਰਿਕ, ਹਰ ਪ੍ਰਭ ਕੀ ਹੈ ਆਣੀ। ਹੁਣ ਆਪ ਪਿਆਰ ਦੇ ਨਾਲ ਕਹਿੰਦੇ ਆ ਕਿ ਜਿਵੇਂ ਉਹ ਮਾਤਾ ਮਾਸੂਮ ਬੱਚੇ ਨੂੰ ਪਾਲਦੀ ਹੈ ਕਿ ਇਹਦਾ ਮੈਂ ਹੀ ਸਹਾਰਾ ਹਾਂ, ਇਸੇ ਤਰ੍ਹਾਂ ਆਪ ਉਸ ਪਰਮਾਤਮਾ ਦੇ ਬੱਚੇ ਬਣਦੇ ਹੈ ਕਿ ਅਸੀਂ ਵੀ ਇੱਕ ਇਆਣੇ ਬੱਚੇ ਹਾਂ, ਤੇਰੀ ਗੋਦ ਵਿੱਚ ਪਲਦੇ ਹਾਂ, ਤੂੰ ਸਾਡੇ ਤੇ ਦਇਆ ਕਰ। ਮੇਰੇ RAM ਹਮ ਬਾਰਿਕ, ਹਰ ਪ੍ਰਭ ਕੀ ਹੈ ਆਣੀ। ਧੰਨ ਧੰਨ ਗੁਰੂ ਗੁਰ ਸਤ ਗੁਰ ਪਾਧਾ, ਜਿਨ ਹਰ ਉਪਦੇਸ਼ ਦੇ ਕੀਏ ਸਿਆਣੀ। ਕਹਿਣ ਲੱਗੇ, ਮੈਂ ਉਸ ਗੁਰੂ ਦੇਵ ਦਾ ਧੰਨਵਾਦ ਕਰਦਾ ਹਾਂ ਜਿਨੇ ਮੈਨੂੰ ਸ਼ਬਦ ਨਾਮ ਦੇ ਨਾਲ ਜੋੜਿਆ ਔਰ ਸਤਸੰਗ ਸੁਣਾਇਆ। ਮੈਨੂੰ ਜੋ ਰੁਕਾਵਟਾਂ ਸਨ, ਮਦਦ ਕਰਕੇ ਉਹਨਾਂ ਤੋਂ ਮੈਨੂੰ ਛੁਡਾ ਦਿੱਤਾ। ਜਿਹੜੀਆਂ ਚੀਜ਼ਾਂ ਦੀ ਰੁਕਾਵਟ ਬਣਦੀ ਸੀ ਵਿਸ਼ੇ ਬਕਾਰਾਂ ਦੀ, ਉਹਨਾਂ ਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਬੇਟਾ ਇਸ ਰਸਤੇ ਚੱਲਣਾ ਹੈ, ਇੱਧਰ ਨਹੀਂ ਚੱਲਣਾ। ਇਸ ਵਾਸਤੇ ਆਪ ਕਹਿਣ ਲੱਗੇ, ਜਿਸ ਤਰ੍ਹਾਂ ਇਆਣਾ ਬੱਚਾ ਅੱਗ 'ਚ ਹੱਥ ਪਾਉਂਦਾ ਹੈ, ਮਾਂ-ਬਾਪ ਉਸ ਨੂੰ ਦੱਸਦੇ ਆ ਕਿ ਬੇਟਾ ਹੱਥ ਸੜ ਜਾਂਦਾ ਹੈ, ਤਕਲੀਫ ਹੋਏਗੀ, ਇਸੇ ਤਰ੍ਹਾਂ ਗੁਰੂ ਵੀ ਸਤਸੰਗ ਦੇ ਜ਼ਰੀਏ ਆਪਦੇ ਬੱਚਿਆਂ ਨੂੰ ਸਮਝਾਉਂਦਾ ਹੈ, ਸਿਆਣੇ ਕਰ ਲੈਂਦਾ ਹੈ। ਹੌਲੀ ਹੌਲੀ ਇੱਕ ਦਿਨ ਨਾ ਸਮਝਾਂਗੇ, ਦੂਜੇ ਦਿਨ ਸਮਝ ਜਾਂਦੇ ਆ। ਸਤਸੰਗ ਉਹਦਾ ਸਕੂਲ ਹੁੰਦਾ ਹੈ। ਇਹ ਸਤਸੰਗ ਦੇ ਜ਼ਰੀਏ ਹੀ ਪ੍ਰੇਮ ਪਿਆਰ ਨਾਲ ਸਾਨੂੰ ਦੱਸਦਾ ਹੈ ਕਿ ਤੁਹਾਡੇ ਅੰਦਰ ਕੀ ਗਲਤੀਆਂ ਹੈ, ਉਹਨਾਂ ਗਲਤੀਆਂ ਦਾ ਕਿਸ ਤਰ੍ਹਾਂ ਸੁਧਾਰ ਕਰਨਾ ਹੈ। ਅਗਰ ਇਹਨਾਂ ਗਲਤੀਆਂ ਤੋਂ ਤੁਸੀਂ ਸਦਾ ਵਾਸਤੇ ਬਚਣਾ ਚਾਹੁੰਦੇ ਹੋ, ਤੁਸੀਂ ਅੰਦਰ ਜਾਓ, ਜੋ ਮੈਂ ਤੁਹਾਨੂੰ ਰਸਤਾ ਦੱਸਿਆ ਹੈ ਉਸ ਤੇ ਚੱਲੋ। ਧੰਨ ਧੰਨ ਗੁਰੂ ਗੁਰ ਸਤ ਗੁਰ ਪਾਧਾ, ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਜੈਸੀ ਗਗਨ ਫਿਰੰਤੀ ਉਡਤੀ, ਕਪਰੇ ਬਾਗੇ ਵਾਲੀ। ਓ ਰਾਖੈ ਚੀਤ ਪੀਛੈ ਵਿੱਚ ਵੰਜਰੇ, ਨਿਤ ਹਿਰਦੈ ਸਾਰਸ ਸਮਾਲੀ। ਹੁਣ ਗੁਰੂ ਰਾਮਦਾਸ ਜੀ ਮਹਾਰਾਜ ਮਿਸਾਲ ਦੇ ਕੇ ਕੂੰਜ ਦੀ ਦੱਸਦੇ ਹੈ। ਜਿਸ ਤਰ੍ਹਾਂ ਕੂੰਜ ਪਹਾੜਾਂ ਦੇ ਉੱਪਰ ਅੰਡੇ ਦੇ ਕੇ ਆਪ ਸਰਦੀ ਤੋਂ ਬਚਣ ਵਾਸਤੇ ਮੈਦਾਨੀ ਇਲਾਕਿਆਂ ਦੇ ਵਿੱਚ ਆ ਜਾਂਦੀ ਹੈ, ਆਪਣੇ ਅੰਡਿਆਂ ਨੂੰ ਉਹ ਸਿਮਰਨ ਦੇ ਜ਼ਰੀਏ ਹੀ ਪਾਲਦੀ ਹੈ, ਉਹਨਾਂ ਦੇ ਵਿੱਚੋਂ ਬੱਚੇ ਕੱਢਦੀ ਹੈ। ਉਹਨਾਂ ਨੂੰ ਇੱਕ ਸਕਿੰਟ ਵੀ ਭੁੱਲਦੀ ਨਹੀਂ, ਅਗਰ ਭੁੱਲ ਜਾਵੇ ਤਾਂ ਅੰਡੇ ਸੜ ਜਾਂਦੇ ਹੈ। ਆਪ ਪਿਆਰ ਨਾਲ ਕਹਿੰਦੇ ਹੈ ਕਿ ਜਿਸ ਤਰ੍ਹਾਂ ਉਹ ਕੂੰਜ ਆਪਣੇ ਬੱਚਿਆਂ ਨੂੰ ਸੰਭਾਲਦੀ ਹੈ, ਭੁੱਲਦੀ ਨਹੀਂ ਗੀ। 4 ਕਿਸਮ ਦੇ ਮਹਾਤਮਾ ਹੁੰਦੇ ਹੈ। ਇੱਕ ਕੂੰਜ ਦੀ ਮਿਸਾਲ ਹੁੰਦੇ ਹੈ, ਜਿਹੜੇ ਕਿ ਦੂਰ ਦਰਾਡੇ ਆਪਦੇ ਸੇਵਕਾਂ ਦੀ ਖਿਆਲ ਦੇ ਨਾਲ ਹੀ ਸੰਭਾਲ ਕਰਦੇ ਰਹਿੰਦੇ ਹੈ। ਇੱਕ ਮਹਾਤਮਾ ਕੱਛੂ ਦੀ ਮਿਸਾਲ ਹੁੰਦੇ ਹੈ, ਔਰ ਜਿਸ ਤਰ੍ਹਾਂ ਕੱਛੂ ਅੰਡੇ ਖੁਸ਼ਕੀ ਦੇ ਵਿੱਚ ਦਿੰਦਾ ਹੈ, ਆਪ ਪਾਣੀ ਵਿੱਚ ਰਹਿੰਦਾ ਹੈ, ਉਹ ਧਿਆਨ ਦੇ ਨਾਲ ਆਪਣੇ ਅੰਡਿਆਂ ਨੂੰ ਪਕਾਉਂਦਾ ਹੈ। ਅਗਰ ਧਿਆਨ ਉਹ ਨਾ ਰੱਖੇ ਤਾਂ ਅੰਡੇ ਪਲ ਜਾਂਦੇ ਹੈ।
ਗਲ ਜਾਂਦੇ ਹੈ। ਇਸੇ ਤਰ੍ਹਾਂ ਇੱਕ ਮਹਾਤਮਾ ਕੁਕੜੀ ਦੀ ਮਿਸਾਲ ਹੁੰਦੇ ਹੈ। ਜਿਸ ਤਰ੍ਹਾਂ ਕੁਕੜੀ ਅੰਡਿਆਂ ਦੇ ਉੱਤੇ ਬੈਠ ਕੇ ਉਹਨਾਂ ਨੂੰ ਆਪਣਾ ਨਿੱਘ ਦੇ ਕੇ ਉਹਨਾਂ ਦੇ ਵਿੱਚੋਂ ਬੱਚੇ ਕੱਢਦੀ ਹੈ, ਇੱਕ ਉਹ ਮਹਾਤਮਾ ਹੁੰਦੇ ਹੈ ਕਿ ਜਿਹੜੇ ਆਪਣੇ ਸਿਰਫ ਨੇੜੇ ਦੇ ਪ੍ਰੇਮੀਆਂ ਦੀ ਹੀ ਸੰਭਾਲ ਕਰ ਸਕਦੇ ਹੈ। ਇੱਕ ਕੁਛ ਇਹ ਤੋਂ ਦੂਰ ਕਛੂਏ ਦੀ ਤਰ੍ਹਾਂ ਕਰਦੇ ਹੈ, ਲੇਕਿਨ ਜੋ ਆਲਾ ਦਰਜੇ ਦੇ ਪਰਮ ਸੰਤ ਮਹਾਤਮਾ ਹੁੰਦੇ ਹੈ ਉਹਨਾਂ ਵਾਸਤੇ ਦੂਰ ਜਾਂ ਨੇੜੇ ਦਾ ਕੋਈ ਫਰਕ ਨਹੀਂ ਪੈਂਦਾਗਾ। ਉਹ ਖਿਆਲ ਨਾਲ ਹੀ ਆਪਣੇ ਸੇਵਕਾਂ ਦੀ ਸੰਭਾਲ ਕਰਦੇ ਹੈ, ਪਰਵਿਸ਼ ਕਰਦੇ ਹੈ। ਓ ਰਾਖੈ ਚੀਤ ਪੀਛੈ ਵਿੱਚ ਬਜਰੇ, ਨਿਤ ਹਿਰਦੈ ਸਾਰ ਸਮਾਲੀ। ਤਿਉ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ, ਗੁਰ ਸਿੱਖ ਰਖੈ ਜੀ ਨਾਲੀ। ਜਿਸ ਤਰ੍ਹਾਂ ਉਹ ਕੂੰਜ ਆਪਣੇ ਅੰਡਿਆਂ ਨੂੰ ਦੇ ਕੇ ਬੇਫਿਕਰ ਨਹੀਂ ਹੁੰਦੀ ਗੀ, ਖਿਆਲ 24 ਘੰਟੇ ਉਧਰ ਲੱਗਿਆ ਰਹਿੰਦਾ ਹੈ, ਇਸੇ ਤਰ੍ਹਾਂ ਗੁਰੂ ਦਾ ਖਿਆਲ ਵੀ ਆਪਣੇ ਸ਼ਿਸ਼ ਵਿੱਚ ਲੱਗਿਆ ਰਹਿੰਦਾ ਹੈ। ਉਹ ਉਹਦੀ ਸੰਭਾਲ ਕਰਦਾ ਹੈ, ਸਿੱਖ ਗੁਰੂ ਨਾਲ ਪਿਆਰ ਕਰਦਾ ਹੈ, ਗੁਰੂ ਉਹਦੀ ਸੰਭਾਲ ਕਰਦਾ ਹੈ। ਤਿਉ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ, ਗੁਰ ਸਿੱਖ ਰਖੈ ਜੀ ਨਾਲੀ। ਜੈਸੇ ਕਾਤੀ ਤੀਸ ਬਤੀਸ ਹੈ, ਵਿੱਚ ਰਾਖੈ ਰਸਨਾ ਮਾਸ ਰਤ ਕੇਰੀ। ਕੋਈ ਜਾਣੋ ਮਾਸ ਕਾਤੀ ਕੈ ਕਿਛ ਹਾਥ ਹੈ, ਸਭ ਵਸਗਤ ਹੈ ਹਰ ਕੇਰੀ। ਗੁਰੂ ਰਾਮਦਾਸ ਨੇ ਉੱਪਰਲੀ ਤੁਕ ਦੇ ਅੰਦਰ ਮਾਤਾ ਦੀ ਮਿਸਾਲ ਦੇ ਕੇ ਫਿਰ ਗੁਰੂ ਸਿੱਖ ਦੇ ਰਿਸ਼ਤੇ ਬਾਰੇ ਦੱਸਿਆ ਕਿ ਕਿੰਨਾ ਗੁਰੂ ਸਿੱਖ ਦਾ ਰਿਸ਼ਤਾ ਗਹਿਰਾ ਹੈ, ਕਿਸ ਤਰ੍ਹਾਂ ਗੁਰੂ ਆਪਣੇ ਸੇਵਕਾਂ ਦੀ ਸੰਭਾਲ ਕਰਦਾ ਹੈ। ਹੁਣ ਗੁਰੂ ਰਾਮਦਾਸ ਜੀ ਮਹਾਰਾਜ ਉਸ ਪਰਮਾਤਮਾ ਦੀ ਧੰਨਵਾਦ ਕਰਦੇ ਹੈ, ਫਰਿਆਦ ਕਰਦੇ ਹੈ। ਜੀਵ ਔਰ ਦੰਦਾਂ ਦਾ ਰਿਸ਼ਤਾ ਦੱਸਦੇ ਹੈ। ਜਿਸ ਤਰ੍ਹਾਂ ਬੱਤੀਆਂ ਦੰਦਾਂ ਦੇ ਅੰਦਰ ਜੀਵ ਰਹਿੰਦੀ ਹੈ, ਜੀਵ ਮਾਸਦੀ ਹੈ, ਦੰਦ ਬੜੇ ਤਿੱਖੇ ਹੈ। ਕਹਿਣ ਲੱਗੇ ਵੇਖੋ ਮਾਲਕ ਦੀ ਕਿਸ ਤਰ੍ਹਾਂ ਰੱਖਿਆ ਹੋ ਰਹੀ ਹੈ ਕਿ ਜਿਹੜੇ ਦੰਦ ਹੈ ਉਹ ਜੀਵ ਦੀ ਰੱਖਿਆ ਕਰਦੇ ਹੈ, ਜੀਵ ਦੰਦਾਂ ਦੀ ਰੱਖਿਆ ਕਰਦੀ ਹੈ। ਜਿਸ ਤਰ੍ਹਾਂ ਇਹਨਾਂ ਦਾ ਮਿਲਾਪ ਆਪਸਰੀ ਮੇਂ ਇੱਕ ਦੂਸਰੇ ਦੀ ਰੱਖਿਆ ਕਰਦਾ ਹੈ, ਇਸੇ ਤਰ੍ਹਾਂ ਗੁਰੂ ਔਰ ਸਿੱਖ ਦਾ ਰਿਸ਼ਤਾ ਹੈ। ਸਿੱਖ ਗੁਰੂ ਦੀ ਯਾਦ ਬਣਾਉਂਦਾ ਹੈ ਔਰ ਗੁਰੂ ਉਹਦੀ ਯਾਦ ਦੇ ਵਿੱਚ ਉੱਥੇ ਪਹੁੰਚਦਾ ਹੈ, ਉਹਦੀ ਰੱਖਿਆ ਕਰਦਾ ਹੈ। ਏਉ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ, ਸਭ ਵਸਗਤ ਹੈ ਹਰ ਕੇਰੀ। ਤਿਉ ਸੰਤ ਜਨਾ ਕੀ ਨਰ ਨਿੰਦਾ ਕਰ ਹੈ, ਹਰ ਰਾਖੈ ਪੈਜ ਜਨ ਕੇਰੀ। ਹੁਣ ਆਪ ਪਿਆਰ ਦੇ ਨਾਲ ਕਹਿੰਦੇ ਆ, ਜਦ ਮਹਾਤਮਾ ਆਪਣਾ ਮਿਸ਼ਨ ਜੋ ਪਰਮਾਤਮਾ ਨੇ ਉਹਨਾਂ ਨੂੰ ਸੌਂਪਿਆ ਹੁੰਦਾ ਹੈ, ਜ਼ਿੰਮੇਵਾਰੀ ਜਿਹੜੀ ਦਿੱਤੀ ਹੁੰਦੀ ਹੈ, ਉਹ ਨਿਭਾਉਣ ਦੀ ਕੋਸ਼ਿਸ਼ ਕਰਦੇ ਹੈ, ਮਿਸ਼ਨ ਚਲਾਉਣ ਦੀ ਕੋਸ਼ਿਸ਼ ਕਰਦੇ ਹੈ, ਨਾਲ ਉਹ ਵੀ ਪ੍ਰੇਮੀ ਆ ਜਾਂਦੇ ਹੈ ਜਿਨ੍ਹਾਂ ਨੇ ਕਿ ਉਸ ਦੇ ਅੰਦਰ ਰੁਕਾਵਟ ਪਾਉਣੀ ਹੁੰਦੀ ਹੈ। ਕਿ ਨਿੰਦਕ ਵੀ ਨਾਲ ਖੰਭਾਂ ਦੀ ਤਰ੍ਹਾਂ ਉੱਗ ਪੈਂਦੇ ਹੈ। ਕਹਿਣ ਲੱਗੇ ਬੇਸ਼ੱਕ ਨਿੰਦਕ ਕਿਤਨੀਆਂ ਵੀ ਕਸਮਾਂ ਚੁੱਕੇ ਕਿ ਇਹ ਸੰਤ ਠੀਕ ਨਹੀਂ, ਮੈਂ ਜੋ ਕੁਝ ਕਹਿਣਾ ਉਹ ਠੀਕ ਹੈ। ਕਹਿਣ ਲੱਗੇ ਨਹੀਂ, ਸੰਤਾਂ ਦੀ ਪਿੱਠ ਉੱਤੇ ਪਰਮਾਤਮਾ ਦਾ ਹੱਥ ਹੁੰਦਾ ਹੈ। ਪਰਮਾਤਮਾ ਉਹਨਾਂ ਮਹਾਤਮਾ ਦੀ ਰੱਖਿਆ ਕਰਦਾ ਹੈ, ਕਿਉਂਕਿ ਉਹ ਮਹਾਤਮਾ ਉਸ ਪਰਮਾਤਮਾ ਦੇ ਨਾਲ ਪਿਆਰ ਪਾ ਕੇ, ਗੁਰੂ ਨਾਲ ਪਿਆਰ ਪਾ ਕੇ ਗੁਰੂ ਰੂਪ ਹੋ ਜਾਂਦੇ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ, ਨਿੰਦਕ ਝੂਠ ਬੋਲ ਪਛਤਾਨੇ, ਆਖਰੋਂ ਪਛਤਾਉਂਦੇ ਹੈ ਵੀ ਅਸੀਂ ਐਵੇਂ ਝੂਠ ਬੋਲਦੇ ਹਾਂ। ਲੇਕਿਨ ਸੰਤ ਮਹਾਤਮਾ ਮਾਲਕ ਦੇ ਪਿਆਰੇ ਉਹਨਾਂ ਨਾਲ ਵੀ ਪਿਆਰ ਕਰਦੇ ਹੈ, ਕਿਉਂਕਿ ਸੰਤਾਂ ਦੀ ਨਜ਼ਰ ਆਤਮਾ ਉੱਪਰ ਹੁੰਦੀ ਹੈ। ਆਤਮਾ ਨਿਰਦੋਸ਼ ਹੈ, ਜੋ ਕੁਛ ਉਹਨਾਂ ਤੋਂ ਕਰਾਉਂਦਾ ਹੈ ਉਹਨਾਂ ਦਾ ਮਨ ਕਰਾਉਂਦਾ ਹੈ।
त्यों संत जना की नर निंदा करे, हर राखे पैज जन केरी। भाई मत कोई जान हो किसी के किछ हाथ है, सब करे कराया। जरा मरा ताप सिरत साप, सब हर के वास है, कोई लाग न सके बिन हर का लाया। ਕਹਿਣ ਲੱਗੇ ਕਿ ਇਸ ਖੇਲ ਦਾ ਗੁਰਮੁਖਾਂ ਨੂੰ ਪਤਾ ਹੈ ਕਿ ਦੋਸਤ ਔਰ ਦੁਸ਼ਮਣ ਦੇ ਅੰਦਰ ਉਹੀ ਪ੍ਰਮਾਤਮਾ ਹੈ। ਕਹਿਣ ਲੱਗੇ ਸੰਤਾਂ ਨੂੰ ਵੀ ਉਸੇ ਨੇ ਸੰਸਾਰ ਵਿੱਚ ਭੇਜਿਆ, ਨਿੰਦਕਾਂ ਨੂੰ ਵੀ ਉਸੇ ਨੇ ਭੇਜਿਆ, ਵਿਰੋਧੀਆਂ ਨੂੰ ਵੀ ਉਸੇ ਨੇ ਭੇਜਿਆ ਹੈ। ਦੋਨੇ ਹੀ ਆਪੋ ਆਪਣਾ ਕੰਮ ਬੜਾ ਵਿਸ਼ਵਾਸ ਨਾਲ ਕਰਦੇ ਹੈ, ਨਿੰਦਕ ਵੀ ਔਰ ਸੰਤ ਵੀ। ਫਰਕ ਇਤਨਾ ਹੁੰਦਾ ਹੈ ਕਿ ਨਿੰਦਕ ਨੂੰ ਆਪਣੇ ਬਾਹੂਬਲ ਤੇ ਮਾਨ ਹੁੰਦਾ ਹੈ, ਉਹ ਇਹ ਮਿਥ ਕੇ ਚੱਲਦਾ ਹੈ ਹੰਕਾਰ ਦੇ ਵਿੱਚ ਕਿ ਮੈਂ ਜੋ ਕੁਝ ਕਹਿ ਰਿਹਾ ਹਾਂ ਉਹ ਠੀਕ ਹੈ। ਸੰਤ ਮਹਾਤਮਾ ਹੰਕਾਰ ਨਹੀਂ ਕਰਦੇਗੇ, ਉਹ ਆਪਣਾ ਬਲ ਨਹੀਂ ਸਮਝਦੇਗੇ, ਉਹ ਗੁਰੂ ਤੇ ਭਰੋਸਾ ਰੱਖ ਕੇ ਚੱਲਦੇ ਹੈ ਔਰ ਗੁਰੂ ਨੂੰ ਨਾਲ ਲੈ ਕੇ ਤੁਰਦੇ ਹੈ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਹੈ, ਪਦੈਸ਼ ਕਰਨੀ, ਕਿਸੇ ਨੂੰ ਮੌਤ ਲਿਆਉਣੀ, ਸਭ ਕੁਝ ਪ੍ਰਮਾਤਮਾ ਨੇ ਆਪਣੇ ਹੱਥ ਵਿੱਚ ਰੱਖਿਆ ਹੈ। ਆਪ ਕਹਿਣ ਲੱਗੇ ਇੱਥੋਂ ਤੱਕ ਸਿਰ ਪੀੜਾ ਵੀ ਉਸ ਪ੍ਰਮਾਤਮਾ ਨੇ ਆਪਦੇ ਹੱਥ ਵਿੱਚ ਰੱਖੀ ਹੈ, ਉਹ ਵੀ ਵਿਰੋਧੀ ਸਿਰ ਪੀੜਾ ਨਹੀਂ ਕਰ ਸਕਦਾਗਾ। ਕਹਿਣ ਲੱਗੇ ਪ੍ਰਮਾਤਮਾ ਨੇ ਆਪਣੇ ਹੱਥ ਵਿੱਚ ਰੱਖਿਆ ਹੈ। ਇਸ ਵਾਸਤੇ ਸੰਤ ਮਹਾਤਮਾ ਨੂੰ ਅਟੁੱਟ ਵਿਸ਼ਵਾਸ ਹੁੰਦਾ ਹੈ ਕਿ ਬਗੈਰ ਹੁਕਮ ਤੋਂ ਪੱਤਾ ਨਹੀਂ ਝੂਲਦਾਗਾ ਔਰ ਉਹਨਾਂ ਨੂੰ ਪਤਾ ਹੈ ਕਿ ਜੋ ਕੁਝ ਕਾਰਨ ਹੈ ਉਹ ਪ੍ਰਮਾਤਮਾ ਹੈ। जरा मरा ताप सिरत साप, सब हर के वास है, कोई लाग न सके बिन हर का लाया। ऐसा हर नाम मन चित नेत त्यागो, जन नानक जो अंती अवसर ले छड़ाया। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਹੈ, ਇਸ ਵਾਸਤੇ ਸਾਨੂੰ ਜੋ ਸਾਹ ਸਾਹ ਨਾਲ ਸਾਡੀ ਰੱਖਿਆ ਕਰਦੇ ਹੈ, ਉਹਨਾਂ ਸਤਿਗੁਰਾਂ ਦਾ ਦਿੱਤਾ ਹੋਇਆ ਨਾਮ ਜਪਣਾ, ਉਹਨਾਂ ਦਾ ਹੁਕਮ ਮੰਨਣਾ, ਇਹੀ ਪਰਮ ਧਰਮ ਹੈ। ਕਹਿਣ ਲੱਗੇ ਕਿਉਂ ਨਾ ਐਸੇ ਨਾਮ ਦੀ ਕਮਾਈ ਕੀਤੀ ਜਾਵੇ ਜਿਹਨੇ ਸਾਨੂੰ ਅੰਤ ਵੇਲੇ ਛਡਾਉਣਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ ਕਿ ਸੱਜਣ ਸੇਈ ਆਖੀਏ ਜੋ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ। ਉਹ ਹੀ ਸਾਡੇ ਸੱਜਣ ਹੈ ਜੋ ਸਾਡੇ ਔਖੇ ਵੇਲੇ, ਜਿੱਥੇ ਕਿ ਮਾਤਾ ਪਿਤਾ ਭੈਣ ਭਰਾ ਸਾਡੀ ਮਦਦ ਨਹੀਂ ਕਰ ਸਕਦੇ, ਗੁਰੂ ਉਸ ਵੇਲੇ ਮਦਦ ਕਰਦਾ ਹੈ। ਕਿਉਂ ਨਾ ਉਹਨਾਂ ਦੇ ਨਾਲ ਸੱਚਾ ਸੁੱਚਾ ਪਿਆਰ ਕੀਤਾ ਜਾਵੇ। ਮੈਂ ਦੱਸਦਾ ਹੁੰਦਾ ਹੈ ਕਿ ਨਾਮ ਦੇ ਨਾਲ ਰੋਜ਼ ਸੰਪਰਕ ਬਣਿਆ ਰਹਿਣ ਕਰਕੇ ਸਾਡੇ ਅੰਦਰ ਗੁਰੂ ਦਾ ਪਿਆਰ ਪ੍ਰਗਟ ਹੋ ਜਾਂਦਾ ਹੈ। ਹਾਂ, सांझी, जिस तरह से भजन गाते समय हमारे अंदर तड़प होती है, उसी तरह की तड़प हम सिमरन करते वक्त किस तरह बना सकते हैं। ਪਰਮ ਪਿਤਾ ਪਰਮਾਤਮਾ ਸਾਵਣ ਕਿਰਪਾਲ ਦੇ ਚਰਨਾਂ ਦੇ ਵਿੱਚ ਨਮਸਕਾਰ ਹੈ, ਜਿਨ੍ਹਾਂ ਨੇ ਸਾਡੇ ਗਰੀਬ ਆਤਮਾ ਤੇ ਰਹਿਮ ਕਰਕੇ ਆਪ ਦੀ ਯਾਦ ਕਰਨ ਦਾ ਮੌਕਾ ਦਿੱਤਾ ਹੈ, ਯਾਦ ਦੇ ਵਿੱਚ ਬੈਠਣ ਦਾ ਮੌਕਾ ਦਿੱਤਾ ਹੈ। ਪਰਮਾਤਮਾ ਕਿਰਪਾਲ ਸਦਾ ਇਹੀ ਕਹਿੰਦੇ ਹੁੰਦੇ ਕਿ ਜਦ ਤੁਸੀਂ ਅਭਿਆਸ ਤੇ ਬੈਠਣਾ ਹੈ
ਜਿਹੜਾ ਤੁਹਾਡੇ ਦਿਲ ਨੂੰ ਸ਼ਬਦ ਸਾਰੇ ਹੀ ਅੱਛੇ ਹੁੰਦੇ ਆ, ਲੇਕਿਨ ਆਪੋ ਆਪਣੀ ਆਤਮਾ ਦੀ ਪਸੰਦ ਹੁੰਦੀ ਹੈ। ਜਿਹੜਾ ਵੀ ਤੁਹਾਡਾ ਜਿਹਦੇ ਨਾਲ ਜ਼ਿਆਦਾ ਰੁਚੀ ਹੈ ਉਹ ਸ਼ਬਦ ਨੂੰ ਤੁਸੀਂ ਬੋਲੋ। ਜਿਵੇਂ ਉਹ ਬੋਲਦਿਆਂ ਤੁਹਾਡੀ ਤੜਫ ਬਣਦੀ ਹੈ, ਉਸੇ ਤੜਫ ਨੂੰ ਕਾਇਮ ਰੱਖੋ। ਬਲਕਿ ਸੱਚ ਤਾਂ ਇਹ ਹੈ ਕਿ ਸਿਮਰਨ ਵੇਲੇ ਇਹ ਤੜਫ ਹੋਰ ਵੱਧ ਜਾਣੀ ਚਾਹੀਦੀ ਹੈ। ਕਿਉਂ ਵੱਧ ਜਾਣੀ ਚਾਹੀਦੀ ਹੈ? ਜਦੋਂ ਅਸੀਂ ਗੁਰੂ ਦੇ ਅੱਗੇ ਨਿਮਰਤਾ ਜ਼ਾਹਰ ਕਰ ਲਈ, ਆਪਦਾ ਪਿਆਰ ਗੁਰੂ ਨੂੰ ਭਜਨਾਂ ਦੇ ਜ਼ਰੀਏ ਦੱਸ ਦਿੱਤਾ, ਆਪਦੀ ਕਮੀ ਦੱਸ ਦਿੱਤੀ, ਉਹਦੇ ਅੱਗੇ ਫਰਿਆਦ ਕਰ ਦਿੱਤੀ, ਉਸ ਫਰਿਆਦ ਨੂੰ ਪੂਰੀ ਕਰਨ ਵਾਸਤੇ ਸਿਮਰਨ ਕੀਤਾ ਜਾਂਦਾ ਹੈ। ਸੋ ਪਿਆਰਿਓ, ਸਿਮਰਨ ਵੇਲੇ ਇਹਦੂ ਜ਼ਿਆਦਾ ਤੜਫ ਹੋਵੇ। ਕਿਉਂ ਤੜਫ ਹੋਵੇ? ਕਿ ਉਸ ਵੇਲੇ ਅਸੀਂ ਅੰਦਰ ਤੀਸਰੇ ਤਿਲ ਤੇ ਜੋ ਅਸੀਂ ਸਿਮਰਨ ਕਰਦੇ ਹਾਂ, ਕਿਸੇ ਸਤਸੰਗੀ ਨੂੰ ਇਹ ਸੋਚਣਾ ਵੀ ਨਹੀਂ ਚਾਹੀਦਾ ਕਿ ਮੇਰੇ ਪਾਸ ਗੁਰੂ ਨੀ ਗਾ। ਉਹ ਜਿੱਦੇ ਨਾਮਦਾਨ ਦਿੰਦਾ ਹੈ, ਉਹ ਤੁਹਾਡੇ ਅੰਦਰ ਤੀਸਰੇ ਤਿਲ ਤੇ ਆਪਦੀ ਸੀਟ ਦੇ ਉੱਪਰ ਵਿਰਾਜਮਾਨ ਹੁੰਦਾ ਹੈ। ਉਹ ਤੁਹਾਡੀ ਇੰਤਜ਼ਾਰ ਵਿੱਚ ਹੁੰਦਾ ਹੈ। ਤੁਸੀਂ ਦੇਖੋ, ਜਦ ਕੋਈ ਤੁਹਾਡੀ ਇੰਤਜ਼ਾਰ ਵਿੱਚ ਹੋਵੇ, ਕੀ ਤੁਸੀਂ ਉਹਦਾ ਪਿੱਛਾ ਭੌਂ ਕੇ ਦੇਖੋਗੇ? ਜੇ ਤੁਹਾਨੂੰ ਉਹਦੇ ਨਾਲ ਸੱਚਾ ਪਿਆਰ ਹੈ ਤੇ ਜ਼ਰੂਰ ਕੋਸ਼ਿਸ਼ ਇਹ ਹੋਏਗੀ ਕਿ ਉਹ ਸਾਡੇ ਸਾਹਮਣੇ ਆਵੇ, ਅਸੀਂ ਉਹਦੇ ਗਲੇ ਨਾਲ ਲੱਗੀਏ। ਮੈਂ ਦੱਸਦਾ ਹੁੰਦਾ ਹਾਂ, ਇਸ਼ਕ ਚਾਹੇ ਮਜਾਜੀ ਹੈ ਚਾਹੇ ਹਕੀਕੀ ਹੈ, ਉਹਨਾਂ ਦਾ ਵਿਹਾਰ ਤੜਫ ਇੱਕੋ ਜਿੰਨੀ ਹੁੰਦੀ ਹੈ। ਜਿਵੇਂ ਕਿਸੇ ਦਾ ਮਜਾਜੀ ਇਸ਼ਕ ਕਿਸੇ ਨਾਲ ਲੱਗਿਆ ਹੁੰਦਾ ਹੈ, ਉਹਨੂੰ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ ਗੀ, ਉਹਦੀਆਂ ਅੱਖਾਂ ਅੱਗੇ ਵੀ ਉਹ ਮਨਮੋਹਣੀ ਮੂਰਤ ਫਿਰਦੀ ਹੈ। ਜਦ ਉਹ ਮਿਲਦਾ ਹੈ, ਉਹਨੂੰ ਕਿਸ ਤਰ੍ਹਾਂ ਜੱਫੀ ਪਾ ਕੇ ਮਿਲਦਾ ਹੈ। ਇਹੀ ਤੜਫ ਹਕੀਕੀ ਇਸ਼ਕ ਦੇ ਵਿੱਚ ਵੀ ਹੈ। ਜੇ ਸਾਡਾ ਸੱਚਾ ਲਗਾਓ ਹੈ ਗੁਰੂ ਦੇ ਨਾਲ, ਪਿਆਰਿਓ, ਸਾਨੂੰ ਵੀ ਰਾਤ ਨੂੰ ਉਹ ਮਨਮੋਹਣੀ ਜਿਹੜੀ ਮੂਰਤ ਹੈ ਗੁਰੂ ਦੀ, ਉਹ ਅੱਖਾਂ ਅੱਗੇ ਰਹੇਗੀ। ਨੀਂਦ ਨਹੀਂ ਆਏਗੀ, ਨੀਂਦ ਪਰਲਾ ਕੇ ਉੱਡ ਜਾਏਗੀ ਕਿ ਕਿਵੇਂ ਇਸ ਵੇਲੇ ਅਗਰ ਉਹ ਮਿਲੇ, ਮੈਂ ਉਹਦੇ ਨਾਲ ਇਹ ਗੱਲ ਕਰਾਂ, ਇਹ ਗੱਲ ਕਰਾਂ। ਪਿਆਰਿਓ, ਪ੍ਰੇਮੀ ਆਪਦੇ ਅੰਦਰੇ ਤਾਣੇ ਬਾਣੇ ਬੁਣਦਾ ਰਹਿੰਦਾ ਹੈ। ਪਿਆਰਿਓ, ਕਈ ਲੜਕੇ ਲੜਕੀਆਂ ਪਾਸ ਆਉਂਦੇ ਹੁੰਦੇ ਹੈ, ਜਦੋਂ ਆਪਦੇ ਪਿਆਰ ਦਾ ਇਜ਼ਹਾਰ ਕਰਦੇ ਹੈ, ਉਹ ਕਾਫੀ ਇੱਕ ਦੂਜੇ ਪ੍ਰਤੀ ਆਕਰਸ਼ਿਤ ਹੁੰਦੇ ਹੈ, ਬੋਲ ਕੇ ਵੀ ਦੱਸਦੇ ਹੈ। ਲੇਕਿਨ ਕੋਈ ਐਸਾ ਭਾਗ ਵਾਲਾ ਜੀ ਵੀ ਮਿਲਦਾ ਹੈ ਜਿਹੜਾ ਆ ਕੇ ਇਸ ਤਰ੍ਹਾਂ ਦਾ ਗੁਰੂ ਦਾ ਪਿਆਰ ਬਿਆਨ ਕਰਦਾ ਹੈ। ਇਹ ਨਾ ਕਹੋ ਕਿ ਗੁਰੂ ਦਾ ਪਿਆਰ ਇਜ਼ਹਾਰ ਕਰਨ ਵਾਲੇ ਮਿਲਦੇ ਨਹੀਂ। ਐਸੇ ਵੀ ਮੇਰੇ ਕੋਲੇ ਜਾਂਦੇ ਹੈ ਕਿ ਜਿਹੜੇ ਗੁਰੂ ਦਾ ਬੜਾ ਸ਼ੁਕਰਾਨਾ ਕਰਦੇ ਹੈ, ਤਹਿ ਦਿਲੋਂ ਕਰਦੇ ਹੈ। ਮੈਂ ਸ਼ਸ਼ੀ ਪੁੰਨੂ ਦੀ ਕਹਾਣੀ ਤੁਹਾਨੂੰ ਦੱਸੀ ਸੀਗੀ, ਉਹ ਸੰਤ ਬਾਣੀ ਮੈਗਜ਼ੀਨ ਦੇ ਵਿੱਚ ਛਪੀ ਵੀ ਹੈ, ਪ੍ਰੇਮੀਆਂ ਨੇ ਪੜ੍ਹੀ ਵੀ ਹੈ ਕਿ ਕਿਸ ਤਰ੍ਹਾਂ ਸ਼ਸ਼ੀ ਦੇ ਦਿਲ ਵਿੱਚ ਆਪਦੇ ਦੋਸਤ ਪੁੰਨੂ ਦੀ ਤੜਫ ਸੀ। ਬੜੇ ਸਾਲ, ਉਹ 12 ਸਾਲ ਲਿਖਿਆ ਬਈ ਉਹਨੇ ਖਾਣਾ ਨਹੀਂ ਅੱਛੀ ਤਰ੍ਹਾਂ ਰੱਜ ਕੇ ਖਾਧਾ ਸੀ, ਅੱਛੀ ਤਰ੍ਹਾਂ ਸੁੱਤੀ ਨਹੀਂ ਸੀ। ਜਦ ਪੁੰਨੂ ਦਾ ਮਿਲਾਪ ਹੋਇਆ, ਉਸ ਵੇਲੇ ਉਹ ਸੌਂ ਗਈ ਤਾਂ ਪੁੰਨੂ ਨੂੰ ਕੋਈ ਹੋਰ ਹੀ ਉਠਾ ਕੇ ਉਹਦੇ ਪਿੱਛੋਂ ਆ ਕੇ ਲੈ ਗਏ ਸੀਗੇ। ਤਾਂ ਸ਼ਸ਼ੀ ਉਹਦੇ ਵਿਯੋਗ ਦੇ ਵਿੱਚ ਮਗਰੋਂ ਥਲਾਂ ਦੇ ਵਿੱਚ ਵਿਚਾਰੀ ਮਰੀ ਰੁਲ ਕੇ। ਤੁਸੀਂ ਦੇਖ ਲਓ, ਜੇ ਉਸੇ ਤਰ੍ਹਾਂ ਦੀ ਉਹ ਤੜਫ ਰੱਖਦੀ, ਨਾ ਸੌਂਦੀ, ਉਹਦੇ ਦੋਸਤ ਨੂੰ ਕੌਣ ਉਠਾ ਸਕਦਾ ਸੀਗਾ? ਜੇ ਤੁਸੀਂ ਸ਼ਬਦ ਬੋਲ ਕੇ ਪਹਿਲਾਂ ਤਿਆਰੀ ਕਰਕੇ, ਭਾਵੇਂ ਤੁਸੀਂ ਕਈ ਮਹੀਨਿਆਂ ਦੀ ਤਿਆਰੀ ਕਰਦੇ ਹੋ, ਤੜਫ ਬਣਾ ਕੇ ਅਗਰ ਅਭਿਆਸ ਤੇ ਬੈਠਣ ਲੱਗੇ, ਸਿਮਰਨ ਦੇ ਵਿੱਚ ਸੁਸਤੀ ਕਰੋਗੇ, ਤੁਸੀਂ ਦੇਖ ਲਓ ਤੁਹਾਡੇ ਪੁੰਨੂ ਨੂੰ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਪਦੇ ਓਹਲੇ ਲੁਕੋ ਲੈਣਗੇ, ਕਿਉਂਕਿ ਉਹ ਵਿਰੋਧੀ ਹੈ। ਉਹ ਤੁਹਾਨੂੰ ਕਦੋਂ ਮਿਲਣ ਦੇਣਗੇ? ਤੁਸੀਂ ਉਹਨਾਂ ਦੇ ਝਾਂਸੇ ਵਿੱਚ ਆ ਕੇ, ਹੋ ਸਕਦਾ ਭਜਨ ਤੋਂ ਉੱਠ ਕੇ ਤੁਸੀਂ ਕਾਮ ਭੋਗ ਵਿੱਚ ਹੀ ਲੱਗ ਜਾਓ। ਗੁਰੂ ਅਰਜਨ ਦੇਵ ਨੇ ਕਿਹਾ ਸੀ, ਅਗਾਹਾਂ ਕੂ ਤਰਾਂਗ, ਪਿੱਛਾ ਫੇਰ ਨਾ ਮੋਹ ਡੜਾਲਾ, ਸਿਜ ਅਵੇਹਾ ਨਾਨਕ ਬਹੁਰ ਨਾ ਹੋਸੀ ਜਨਮੜਾ। ਅੱਗੇ ਨੂੰ ਤਾਂਘ ਹੋਣੀ ਚਾਹੀਦੀ ਹੈ, ਤੜਫ ਉਦੋਂ ਜ਼ਿਆਦਾ ਸਿਮਰਨ ਵੇਲੇ ਵਧਾਉਣੀ ਚਾਹੀਦੀ ਹੈ। ਉਹ ਕਹਿਣ ਲੱਗੇ, ਪਿੱਛਾ ਨਹੀਂ ਦੇਖਣਾ ਚਾਹੀਦਾਗਾ ਕਿ ਅਸੀਂ ਹੋਰ ਦੁਨੀਆ ਨੂੰ ਸੋਚੀਏ। ਅਗਰ ਜੇ ਅਸੀਂ ਇਸੇ ਤਰ੍ਹਾਂ ਵੱਧਦੇ ਜਾਵਾਂਗੇ, ਗੁਰੂ ਨਾਨਕ ਅਰਜਨ ਦੇਵ ਜੀ ਕਹਿੰਦੇ ਆ, ਪਿਆਰੋ, ਤੁਹਾਡਾ ਦੁਬਾਰੇ ਦੁਨੀਆ ਵਿੱਚ ਜਨਮ ਨਹੀਂ ਹੋਏਗਾ।
ਸੋਹਣੀ ਨੇ ਜਦੋਂ ਕੱਚਾ ਘੜਾ ਦੇਖਿਆ, ਉਹਨੂੰ ਪੱਕਾ ਯਕੀਨ ਸੀ ਕਿ ਘੜਾ ਇਹ ਕੱਚਾ ਹੈ, ਅਗਰ ਮੈਂ ਇਹਦਾ ਸਾਥ ਲੈ ਕੇ ਦਰਿਆ ਦੇ ਵਿੱਚ ਠਿੱਲੂੰਗੀ ਮੌਤ ਹੈ। ਪਰ ਉਹਨੂੰ ਉਸ ਵੇਲੇ ਕੀ ਕਿਹਾ ਕਿ ਇਸ਼ਕ ਜਿਹੜਾ ਹੈ ਉਹ ਅਦਾਗੀ ਹੈ, ਮੈਂ ਕਿਉਂ ਦਾਗ ਲਾ ਕੇ ਇਸ ਨੂੰ ਜਾਵਾਂ। ਉਹ ਪਿਆਰਿਓ, ਅਸੀਂ ਵੀ ਗੁਰੂ ਦੇ ਘਰ ਅੰਦਰ ਅਗਰ ਸੋਹਣੀ ਦੀ ਮਿਸਾਲ ਲਈਏ ਕਿ ਇਹ ਇਸ਼ਕ ਜਿੰਨਾ ਵੀ ਗੁਰਸਿੱਖ ਨੇ ਕਮਾਇਆ ਹੈ, ਉਹਨਾਂ ਨੇ ਦਾਗ ਨਹੀਂ ਲੱਗਣ ਦਿੱਤਾ, ਕਿ ਅਸੀਂ ਦਾਗ ਨਹੀਂ ਲਾ ਰਹੇ ਹੋਵਾਂਗੇ ਜਦੋਂ ਅਸੀਂ ਸਿਮਰਨ ਵੇਲੇ ਬੁਰੇ ਖਿਆਲ ਉਠਾਉਂਦੇ ਹਾਂ। ਤੁਸੀਂ ਦੇਖੋ, ਤੁਹਾਡਾ ਗੁਰੂ ਇਸ ਜਗ੍ਹਾ ਬੈਠਾ ਹੈ, ਉਹ ਤੁਹਾਡੀ ਹਰ ਹਰਕਤ ਨੂੰ ਦੇਖ ਰਿਹਾ ਹੈ। ਜਦ ਤੁਸੀਂ ਬੁਰੇ ਖਿਆਲ ਉਠਾਉਂਦੇ ਹੋ, ਕਿਹਦੇ ਅੱਗੇ ਉਠਾਉਂਦੇ ਹੋ? ਉਹਦੀ ਬੇਅਦਬੀ ਹੋ ਰਹੀ ਹੁੰਦੀ ਹੈ ਗੁਰੂ ਦੀ। ਕਿਸੇ ਦੁਕਾਨ ਦੇ ਉੱਤੇ ਬੇਸ਼ੱਕ ਛੋਟਾ ਜਿਹਾ ਬੱਚਾ ਬੈਠਾ ਹੋਵੇ, ਤੁਸੀਂ ਉੱਥੋਂ ਕੋਈ ਕਾਪੀ ਨਹੀਂ ਉਠਾ ਸਕਦੇਗੇ ਕਿ ਇਨਸਾਨ ਦਾ ਬੱਚਾ ਸਾਨੂੰ ਦੇਖਦਾ ਹੈ, ਇਹ ਸਾਨੂੰ ਮਾਰੇਗਾ। ਕੀ ਕਦੇ ਗੁਰੂ ਪੂਰਨ ਦਾ ਤੁਸੀਂ ਧਿਆਨ ਕੀਤਾ ਹੈ ਕਿ ਇਹ ਸਾਨੂੰ ਦੇਖ ਰਿਹਾ ਹੈ? ਅਸੀਂ ਸੋਚਦੇ ਹਾਂ ਜਾਂ ਤਾਂ ਉਹ ਹਿੰਦੁਸਤਾਨ ਵਸਦਾ ਹੈ, ਜਾਂ ਹੁਣ ਉਹ ਸੁੱਤਾ ਪਿਆ ਹੈ, ਜਾਂ ਉਹ ਕਿਸੇ ਹੋਰ ਮੁਲਕ ਦੇ ਵਿੱਚ ਗਿਆ ਹੋਇਆ। ਨਹੀਂ ਪਿਆਰਿਓ, ਉਹ ਤੁਹਾਡੇ ਨੇੜੇ ਤੋਂ ਨੇੜੇ ਤੁਹਾਡੇ ਕੋਲੇ ਹੈ, ਤੁਹਾਡੀ ਹਰਕਤ ਦੇਖਦਾ ਹੈ। ਜਿਹੜੇ ਪ੍ਰੇਮੀ ਇਹ ਸਮਝਦੇ ਹੈ ਕਿ ਗੁਰੂ ਸੋਇਆ ਹੋਇਆ ਜਾਂ ਕਿਸੇ ਹੋਰ ਮੁਲਕ ਦੇ ਵਿੱਚ ਹੈ, ਉਹ ਵਿਚਾਰੇ ਫਾਇਦਾ ਕੀ ਉਠਾਉਣਗੇ? ਤੁਸੀਂ ਸੋਚ ਕੇ ਦੇਖਦੇ ਹੋ, ਸੰਤਾਂ ਦੇ ਸਤਸੰਗੀ ਅਨੇਕਾਂ ਚੋਲਾ ਛੱਡਦੇ ਹੁੰਦੇ ਹੈ, ਉਹ ਕਿਸੇ ਹੋਰ ਜਗ੍ਹਾ ਬੈਠੇ ਹੁੰਦੇ ਹੈ, ਲੇਕਿਨ ਉਹ ਜਿਤਨੇ ਵੀ ਬੈਠੇ ਹੁੰਦੇ ਇਸ ਗੱਲ ਦੀ ਗਵਾਹੀ ਭਰਦੇ ਆ ਚੋਲਾ ਛੱਡਣ ਵਾਲੇ ਕਿ ਸਾਡੀ ਸੰਭਾਲ ਗੁਰੂ ਨੇ ਉਸ ਵੇਲੇ ਕੀਤੀ। ਇਹ ਇੱਕ ਸਚਾਈ ਹੈ। ਅਨੇਕਾਂ ਪੱਛਮ ਦੇ ਪੂਰਵ ਦੇ ਇਸ ਗੱਲ ਦੀ ਗਵਾਹੀ ਭਰਦੇ ਹੈ। ਮਹਾਰਾਜ ਸਾਵਣ ਸਿੰਘ ਨੂੰ ਮੌਤਾਂ ਹੋ ਗਈਆਂ ਸੰਸਾਰ ਚੋਂ, ਸੱਚਖੰਡ ਗਿਆਨ ਨੂੰ, ਇਸੇ ਤਰ੍ਹਾਂ ਪ੍ਰਮਾਤਮਾ ਕਿਰਪਾਲ ਨੂੰ। ਜਿਨ੍ਹਾਂ ਨੇ ਉਹਨਾਂ ਨੂੰ ਨਹੀਂ ਦੇਖਿਆ, ਜਿਨ੍ਹਾਂ ਦੇ ਘਰ ਵਿੱਚ ਕੋਈ ਨਾ ਕੋਈ ਸਤਸੰਗੀ ਹੈ, ਗੁਰੂ ਦੀ ਗੱਲਬਾਤ ਚੱਲਦੀ ਹੈ, ਜਦ ਉਹ ਵੀ ਚੋਲਾ ਛੱਡਦੇ ਹੈ, ਉਹ ਗਵਾਹੀ ਭਰਦੇ ਹੈ ਕਿ ਅਸੀਂ ਉਸ ਵੇਲੇ ਦਰਸ਼ਨ ਕੀਤੇ, ਸਾਨੂੰ ਗੁਰੂ ਪਾਵਰ ਦੀ ਜਿਹੜੀ ਮੌਜੂਦਗੀ ਸੀ ਉਹ ਮਹਿਸੂਸ ਹੋਈ। ਤੁਹਾਨੂੰ ਪਤਾ ਹੈ, ਮੈਂ ਪੱਛਮ ਦੇ ਵਿੱਚ ਜਾਂਦਾ ਹਾਂ, ਕਈ ਪ੍ਰੇਮੀਆਂ ਦੇ ਮਾਤਾ ਪਿਤਾ ਮੈਨੂੰ ਦੇਖਣ ਵਾਸਤੇ ਆਉਂਦੇ ਹੈ। ਜਦ ਮੈਂ ਬੰਬੇ ਵੀ ਸਤਸੰਗ ਕਰਦਾ ਹੁੰਦਾ, ਕਈ ਪ੍ਰੇਮੀ ਬਾਹਰੋਂ ਪੱਛਮ ਚੋਂ ਕਈਆਂ ਦੇ ਮਾਤਾ ਪਿਤਾ ਆ ਜਾਂਦੇ ਹੈ ਕਿ ਅਸੀਂ ਸਿਰਫ ਦੇਖਣ ਆਏ ਹਾਂ, ਤੁਸੀਂ ਸਾਡੇ ਬੱਚਿਆਂ ਵਾਸਤੇ ਬੜਾ ਕੁਝ ਕੀਤਾ ਹੈ। ਤੁਸੀਂ ਦੇਖ ਲਓ, ਉਹਨਾਂ ਦੇ ਦਿਲ ਦੇ ਵਿੱਚ ਤੜਫ ਹੁੰਦੀ ਹੈ ਕਿ ਪ੍ਰਮਾਤਮਾ ਉਹਦਾ ਫਲ ਉਹਨਾਂ ਨੂੰ ਨਹੀਂ ਦੇਵੇਗਾ, ਜ਼ਰੂਰ ਦਿੰਦਾ ਹੈ। ਹਰ ਇੱਕ ਦਾ ਆਪੋ ਆਪਣਾ ਭਾਂਡਾ ਹੈ। ਮੈਂ ਤੁਹਾਨੂੰ ਇਹੀ ਇਸ ਸਵਾਲ ਦਾ ਜਵਾਬ ਮੇਨ ਦੱਸਦਾ ਹੈ ਕਿ ਪਿਆਰਿਓ, ਤੜਫ ਨਾ ਤੁਹਾਡੀ ਜਾਗਦਿਆਂ ਕੱਟਣੀ ਚਾਹੀਦੀ ਹੈ, ਨਾ ਸੁੱਤਿਆਂ ਕੱਟਣੀ ਚਾਹੀਦੀ ਹੈ, ਨਾ ਤੁਰਿਆਂ ਫਿਰਦਿਆਂ ਕੱਟਣੀ ਚਾਹੀਦੀ ਹੈ, ਨਾ ਗੱਲਾਂ ਕਰਦਿਆਂ ਕੱਟਣੀ ਚਾਹੀਦੀ ਹੈ। ਉਹ ਹਮੇਸ਼ਾ ਹੀ ਤੁਹਾਡੀ ਤੜਫ 24 ਘੰਟੇ ਇੱਕੋ ਜਿਹੀ ਹੋਣੀ ਚਾਹੀਦੀ ਹੈ। ਕੀ ਪਿਆਰਿਓ, ਤੁਸੀਂ ਦੁਨੀਆ ਦੀ ਤੜਫ ਸੁੱਤੇ ਜਾਗਦੇ ਨਹੀਂ ਕਰਦੇਗੇ? ਜੋ ਤੁਹਾਨੂੰ ਭੈੜੇ ਸੁਪਨੇ ਆਉਂਦੇ ਹੈ, ਉਦੋਂ ਵੀ ਤੁਸੀਂ ਮਾਰੋ ਮਾਰੋ ਕਰਦੇ ਹੋ। ਕਿ ਜੇ ਗੁਰੂ ਦੀ ਤੜਫ ਹੋਵੇ, ਤੁਹਾਨੂੰ ਗੁਰੂ ਦਾ ਸੁਪਨਾ ਨਹੀਂ ਆਏਗਾ? ਜ਼ਰੂਰ आवेगा। हाँ जी, आप अक्सर इस बात पर काफी कुछ कहते हो कि गुरु के शरीर में रहते रहते, गुरु के शारीरिक चोले में रहते रहते ही सेवक को अंदर जाकर के गुरु के स्वरूप को देख लेना चाहिए, प्रकट कर लेना चाहिए। इसकी महानता पर आप अक्सर कहा करते हो, तो क्या इसके बारे में आप और विस्तार से हमें समझाएंगे? हाँ भाई, सब संतां ने यही किया, ਜਿਹੜਾ ਕੰਮ ਕੱਲ ਨੂੰ ਕਰਨਾ ਉਹ ਅੱਜ ਹੀ ਕਰ ਲਿਆ ਜਾਵੇ ਤਾਂ ਅੱਛਾ ਹੈ। ਕੀ ਪਤਾ ਸਾਸ ਉੱਪਰ ਗਿਆ ਆਵੇ ਜਾਂ ਨਾ ਆਵੇ। ਪਿਆਰਿਓ, ਮੈਂ ਮਿਸਾਲ ਦਿੰਦਾ ਹੁੰਦਾ ਹੈ, ਸਿੱਖਾਂ ਦੇ ਵਿੱਚ ਇੱਕ ਗੁਰੂ ਗੋਬਿੰਦ ਸਿੰਘ ਤੋਂ ਲੈ ਕੇ ਫਿਰਕਾ ਹੈ, ਜਿਨ੍ਹਾਂ ਨੂੰ ਲਾਡਲੀ ਫੌਜ ਵੀ ਗੁਰੂ ਗੋਬਿੰਦ ਸਿੰਘ ਦੀ ਕਹਿੰਦੇ ਹੈ, ਨਿਹੰਗ ਬੋਲਦੇ ਹੈ। ਉਹ ਕੋਈ ਦਾਤਣ ਲੈਣ ਦਰਖਤ ਦੇ ਉੱਪਰ ਚੜਿਆ, ਉਹਦੇ ਪੂਰੀ ਉਸੇ ਤਰ੍ਹਾਂ ਵਰਦੀ ਪਾਈ ਹੋਈ ਸੀ, ਬੂਟ ਬਾਟ ਪਾਏ ਹੋਏ ਸੀਗੇ। ਤਾਂ ਕਿਸੇ ਨੇ ਆ ਕੇ ਕਿਹਾ ਕਿ ਬਈ ਤੂੰ ਜੋੜੇ ਤਾਂ ਨੀਚੇ ਬੂਟ ਤਾਂ ਆਪਦੇ ਲਾ ਲੈਂਦਾ। ਉਹਦਾ ਭਲਿਆ ਮਾਨਸਾ ਜੀ ਉੱਪਰ ਹੀ ਭਗਵਾਨ ਗੁਰੂ ਨੇ ਬੁਲਾ ਲੇ ਤੇ ਮੈਂ ਉਹਨੂੰ ਇਹ ਕਹੂੰਗਾ ਮੈਂ ਜੋੜੇ ਪਾਉਣ ਜਾਣਾ ਹੈ।
ਇਸੇ ਤਰ੍ਹਾਂ ਹੀ ਹੈ। ਜੇ ਤੁਸੀਂ ਵੀ ਇਹ ਮਿਸਾਲ ਲੈ ਲਓ ਪਿਆਰਿਓ, ਫਿਰ ਪਤਾ ਹੈ ਕਿ ਮੌਤ ਦੇ ਫਰਿਸ਼ਤੇ ਨੇ ਆ ਕੇ ਪੁੱਛਣਾ ਹੈ ਕਿ ਤੂੰ ਇਹ ਕੰਮ ਕਰ ਲੈ, ਮੈਂ ਤੇਰਾ ਫੇਰ ਕਰੂੰਗਾ। ਕਿਉਂ ਨਾ ਗੁਰੂ ਦਾ ਆਗਿਆ ਦਾ ਪਾਲਣ ਕਰਕੇ ਉਹਦੇ ਬੈਠਿਆਂ ਬੈਠਿਆਂ ਅਸੀਂ ਕਾਮਯਾਬ ਹੋ ਜਾਈਏ। ਪਿਆਰਿਓ, ਜਿਹੜਾ ਬੱਚਾ ਇਹ ਕਹੇ ਕਿ ਮੈਂ ਸਕੂਲ ਦੇ ਵਿੱਚ ਤਾਂ ਜੋ ਮੈਨੂੰ ਕੰਮ ਮਿਲਿਆ ਮੈਂ ਕਰੂੰਗਾ ਨਹੀਂ, ਘਰੇ ਜਾ ਕੇ ਕਰੂੰਗਾ, ਤੁਸੀਂ ਦੇਖ ਲਓ ਕਿ ਘਰੇ ਹੋਰ ਵੀ ਕਾਰੋਬਾਰ ਹੋ ਸਕਦੇ ਆ। ਹੋ ਸਕਦਾ ਉਹ ਆਲਸੀ ਕਰ ਜਾਵੇ, ਉਹਨੂੰ ਚਾਹੀਦਾ ਆਪਦੇ ਟੀਚਰ ਦੇ ਸਾਹਮਣੇ ਬੈਠ ਕੇ ਆਪਦਾ ਕੰਮ ਮੁਕਾ ਲੇ। ਕੋਈ ਕਮੀ ਪੇਸ਼ੀ ਹੋ ਗਈ ਤੇ ਟੀਚਰ ਦੱਸ ਵੀ ਦੇਵੇਗਾ। ਪਿਆਰਿਓ, ਅਸੀਂ 3 ਲੜਕੇ ਸਕੂਲ ਦੇ ਵਿੱਚ ਪੜ੍ਹਨ ਲੱਗੇ। ਸਾਨੂੰ ਸਾਡੇ ਟੀਚਰ ਨੇ ਉਰਦੂ ਦੀ 35 ਲਿਖ ਕੇ ਦਿੱਤੀ। ਉਦੋਂ ਉਰਦੂ ਦੀ ਪੜ੍ਹਾਈ ਹੁੰਦੀ ਸੀ ਪਹਿਲਾਂ, ਤਾਂ ਉਹ ਲਿਖ ਕੇ ਦਿੱਤੀ। ਅਸੀਂ 2 ਜਣਿਆਂ ਨੇ ਤਾਂ ਉਸ ਨੂੰ ਯਾਦ ਕਰਨਾ ਸ਼ੁਰੂ ਕੀਤਾ, ਯਾਦ ਕੀਤੀ। ਇੱਕ ਜਿਹੜਾ ਸੀਗਾ ਜਲਾਹਾ, ਉਹ ਦੀਵਾਰ ਦੇ ਉੱਤੇ ਚੜ੍ਹ ਕੇ ਬਹਿ ਗਿਆ। ਟੀਚਰ ਬਾਹਰੋਂ ਆਇਆ, ਉਹ ਆਦਾ ਤੂੰ ਦੀਵਾਰ ਤੇ ਬੈਠਾ ਪੜ੍ਹਦਾ ਨੀਗਾ। ਉਹਦਾ ਤੈਨੂੰ ਕੀ, ਮੈਂ ਆਪੇ ਪੜ੍ਹ ਲੂੰਗਾ। ਉਹ ਉਸ ਨੂੰ ਡਾਂਟਣ ਲੱਗਿਆ ਕਿ ਕਾਨ ਪਕੜ। ਉਹਨੇ ਜਲਦੀ ਦੇਣੇ ਉਹ ਟੀਚਰ ਦੇ ਕਾਨ ਪਕੜ ਲਏ। ਉਦੋਂ ਮੁੜ ਕੇ ਉਹ ਸਕੂਲ ਨਹੀਂ ਗਿਆ। ਟੀਚਰ ਨੇ 2 ਥੱਪੜ ਲਾ ਦਿੱਤੇ, ਕਿਉਂਕਿ ਹਿੰਦੁਸਤਾਨ 'ਚ ਬੱਚਿਆਂ ਨੂੰ ਮਾਰ ਲੈਂਦੇ ਟੀਚਰ। ਜਦੋਂ ਅਸੀਂ ਆਰਮੀ ਦੇ ਵਿੱਚੋਂ ਛੁੱਟੀ ਆਉਣਾ, ਉਹਨੇ ਸਾਥੋਂ ਫਿਰ ਕੱਪੜੇ ਮੰਗਿਆ ਕਰਨੇ ਕਿ ਭਰਾਵੋ ਮੈਂ ਵੀ ਤੁਹਾਡਾ ਕਲਾਸ ਫੈਲੋ ਹੈ, ਹੁਣ ਤੁਸੀਂ ਦੇਖ ਲਓ। ਇੱਕ ਦਿਨ ਅਸੀਂ ਸਕੂਲ ਦੇ ਵਿੱਚ ਰਹੇ, ਜੇ ਉਹ ਸਾਡੇ ਤਰ੍ਹਾਂ ਥੋੜਾ ਬਹੁਤਾ ਪੜ੍ਹਦਾ, ਉਹ ਵੀ ਅੱਛੀ ਜ਼ਿੰਦਗੀ ਬਤੀਤ ਕਰ ਸਕਦਾ ਸੀਗਾ। ਆਖਰੋਂ ਮਜ਼ਦੂਰੀ ਕਰਦਾ ਕਰਦਾ ਹੀ ਉਹ ਗੁਜ਼ਰਿਆ। ਸੋ ਪਿਆਰਿਓ, ਚੰਗਾ ਉਹ ਹੈ ਜਿਹੜਾ ਆਪਦੇ ਟੀਚਰ ਦਾ, ਚਾਹੇ ਅਸੀਂ ਸਕੂਲ 'ਚ ਵਿੱਦਿਆ ਪ੍ਰਾਪਤ ਕਰਦੇ ਹਾਂ, ਚਾਹੇ ਰੂਹਾਨੀਅਤ ਦੇ ਸਕੂਲ 'ਚ ਵਿੱਦਿਆ ਪ੍ਰਾਪਤ ਕਰਦੇ ਹਾਂ, ਸਿਆਣਾ ਉਹ ਹੀ ਹੈ ਜਿਹੜਾ ਟੀਚਰ ਦੇ ਬੈਠੇ ਬੈਠੇ ਆਪਦਾ ਕੰਮ ਕਰੇਗਾ। ਪਿਆਰਿਓ, ਮੈਂ ਦੇਖਦਾ ਰਿਹਾ ਹਾਂ ਕਈ ਪ੍ਰੇਮੀ ਤਾਂ ਮਹਾਰਾਜ ਕਿਰਪਾਲ ਨੂੰ ਸਾਵਣ ਦਾ ਸਰੂਪ ਹੀ ਮੰਨਦੇ ਸਨ, ਜਿਹੜੇ ਸਾਵਣ ਦੇ ਨਾਮ ਲੇਵਾ ਸੀ। ਕਈਆਂ ਦੇ ਦਿਲ ਵਿੱਚ ਹੰਕਾਰ ਸੀ ਕਿ ਅਸੀਂ ਤੇਰੇ ਗੁਰ ਭਾਈ ਹੈ। ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸੀ, ਰੱਬ ਦਾ ਕੋਈ ਗੁਰ ਭਾਈ ਨਹੀਂ ਹੁੰਦਾਗਾ, ਜੋ ਬਣੇਗਾ ਉਹ ਰੱਬ ਹੀ ਬਣੇਗਾ। ਪਿਆਰਿਓ, ਕਦੇ ਵੀ ਸਾਨੂੰ ਭਜਨ ਦੇ ਚੋਰ ਨਹੀਂ ਬਣਨਾ ਚਾਹੀਦਾਗਾ। ਕਬੀਰ ਸਾਹਿਬ ਨੇ ਕਿਹਾ ਸੀ, ਕੱਲ ਕਰਨ ਤਾਂ ਅਵ ਕਰ, ਅਵ ਕਰਤਾ ਸੋਏ ਤਾਲ, ਪਾਛੇ ਕਛੂ ਨਾ ਹੋਵੇ ਜੇ ਸਿਰ ਪਰ ਆਇਓ ਕਾਲ। ਪਿਆਰਿਓ, ਮੈਂ ਜਦੋਂ ਸਿਗਨਲ ਸਿੱਖਦਾ ਸੀਗਾ, ਉਹਦਾ ਕਾਫੀ ਲਿਖਾਈ ਪੜ੍ਹਾਈ ਦਾ ਕੰਮ ਸੀਗਾ। ਮੈਂ ਕਦੇ ਵੀ ਨਹੀਂ ਸੀ ਵੀ ਇਹ ਕੰਮ ਸਵੇਰੇ ਕਰੂੰਗਾ, ਬੇਸ਼ੱਕ ਕਿਤਨੀ ਵੀ ਰਾਤ ਕਿਉਂ ਨਾ ਹੁੰਦੀ, ਮੈਂ ਆਪਦਾ ਮਕਾ ਕੇ ਪੈਂਦਾ ਸੀਗਾ। ਇਸੇ ਤਰ੍ਹਾਂ ਜਦੋਂ ਬਾਬਾ ਬਿਸ਼ਨ ਦਾਸ ਨੇ ਮੈਨੂੰ 2 ਸ਼ਬਦ ਦਾ ਭੇਦ ਦਿੱਤਾ, ਜਦ ਤੱਕ ਮੈਂ ਉਸ ਨੂੰ ਪ੍ਰੈਕਟੀਕਲ ਨਹੀਂ ਕਰ ਲਿਆ ਸੀਗਾ, ਮੈਂ ਬਿਲਕੁਲ ਹੀ ਰੱਜ ਕੇ ਸੁੱਤਾ ਨਹੀਂ ਔਰ ਆਰਾਮ ਨਹੀਂ ਕੀਤਾਗਾ। ਆਰਾਮ ਇੱਕ ਪਾਸੇ ਰੱਖਦਾ ਸੀ। ਪਹਿਲਾਂ ਜਿਹੜਾ ਮੁਰਸ਼ਿਦ ਨੇ ਕਿਹਾ ਉਹ ਕਰਨਾ ਹੈ। ਤੁਹਾਡੇ ਕੋਲੇ ਗੁਰਮੇਲ ਬੈਠਾ ਹੈ, ਇਹ ਬਚਪਨੇ ਤੋਂ ਹੀ ਮੇਰੇ ਕੋਲੇ ਆਉਂਦਾ ਜਾਂਦਾ ਸੀਗਾ। ਇਹਨੂੰ ਪੁੱਛ ਸਕਦੇ ਹੋ ਕਿ ਜਦ ਤੱਕ ਮੈਂ ਪ੍ਰਮਾਤਮਾ ਕਿਰਪਾਲ ਦਾ ਦਿੱਤਾ ਹੋਇਆ ਸਬਕ ਪਕਾ ਨਹੀਂ ਲਿਆ, ਮੈਂ ਉਤਨਾ ਚਿਰ ਨਹੀਂ ਕਿਸੇ ਥਾਂ ਮਿਲਣ ਗਿਆ, ਨਹੀਂ ਮੈਂ ਬਾਹਰ ਗਿਆ। ਥੋੜਾ ਬਹੁਤਾ ਬਾਹਰ ਨਿਕਲਿਆ ਹੋਊਗਾ, ਨਹੀਂ ਮੈਂ ਆਪਦੇ ਕੰਮ 'ਚ ਹੀ ਗੁਫਾ ਦੇ ਅੰਦਰ ਹੀ ਲੱਗਿਆ ਰਹਿੰਦਾ ਸੀਗਾ। ਪਿਆਰੇ ਮਿੱਤਰੋ, ਜੋ ਮੈਂ ਆਪਦੇ ਗੁਰੂ ਤੋਂ ਖੁਸ਼ੀ ਪ੍ਰਾਪਤ ਉਹਨਾਂ ਦੇ ਜੀਵਨ ਕਾਲ ਵਿੱਚ ਲਈ, ਅਗਰ ਜੇ ਮੈਂ ਪਿੱਛੋਂ ਇਹ ਕਰਦਾ ਕਿ ਮੈਂ ਉਹ ਖੁਸ਼ੀ ਲੈ ਸਕਦਾ ਜਿਹੜੀ ਉਹਨਾਂ ਨੇ ਦਇਆ ਕਰਕੇ ਕਹੀ ਕਿ ਸ਼ੁਕਰ ਹੈ ਇੱਕ ਤਾਂ ਪਾਸ ਹੋਇਆ। ਮੈਂ ਉਹਨਾਂ ਨੂੰ ਪਿਆਰ ਨਾਲ ਕਿਹਾ ਕਿ ਮੇਰੇ ਪਤਾ ਨਹੀਂ ਕਿਹੜੇ ਜਨਮ ਦੇ ਭਾਗ ਸੀ, ਤੂੰ ਮੈਨੂੰ ਆ ਕੇ ਮਿਲਿਆ। ਉਹ ਵੀ ਭਾਵੁਕ ਹੋ ਕੇ ਕਹਿਣ ਲੱਗੇ ਕਿ ਪਿਆਰਿਆ, ਜਿਹੜਾ ਸਿੱਖ ਹੈ ਗੁਰੂ ਨੂੰ ਵੀ ਭਾਗਾਂ ਨਾਲ ਹੀ ਮਿਲਦਾ ਹੈ। ਤੋ ਪਿਆਰਿਓ, ਅੱਜ ਦਾ ਕੰਮ ਕੱਲ ਤੇ ਨਾ ਛੱਡੋ। ਮੈਂ ਤੁਹਾਨੂੰ ਕਿਸ ਤਰ੍ਹਾਂ ਕਹਿ ਸਕਦਾ ਹੈ ਕਿ ਤੁਸੀਂ ਗੁਰੂ ਦੇ ਬੈਠਿਆਂ ਨਾ ਪੂਰਨ ਬਣੋ? ਨਹੀਂ ਪਿਆਰਿਓ, ਜਦ ਮੈਂ ਖੁਦ ਇਹ ਗੁਰੂ ਦਾ ਹੁਕਮ ਉਹਨਾਂ ਦੇ ਜੀਵਨ ਕਾਲ ਵਿੱਚ ਮੰਨਿਆ ਹੈ, ਮੈਂ ਤੁਹਾਨੂੰ ਕਿਸ ਤਰ੍ਹਾਂ ਕਹਿ ਸਕਦਾ ਹੈ? ਮੈਂ ਤੇ ਇਹੀ ਕਹੂੰਗਾ ਕਿ ਪਿਆਰਿਓ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਸਭ ਤੋਂ ਪਹਿਲਾਂ ਭਜਨ ਨੂੰ ਪਹਿਲ ਦਿਓ। ਮੈਂ ਇਹ ਵੀ ਦੱਸਦਾ ਹੁੰਦਾ, ਜਿੰਨਾ ਅਸੀਂ ਸੋਹਣੇ ਬਣਨ ਤੇ ਸਰੀਰ ਨੂੰ
ਲਿਪਣ ਪੋਚਣ ਤੇ ਜ਼ੋਰ ਦਿੰਦੇ ਹੈ, ਇਹਨਾਂ ਚੰਗੇ ਬਣਨ ਤੇ ਵੀ ਸਾਨੂੰ ਜ਼ੋਰ ਦੇਣਾ ਚਾਹੀਦਾ ਹੈ। ਰੋਜ਼-ਰੋਜ਼ ਨਾ ਖਿਆਲਾਂ ਨਾਲ ਲਿਬੜੋ, ਕਿਉਂਕਿ ਜਿਹੜਾ ਕਾਮ ਖਿਆਲਾਂ 'ਚ ਵੀ ਲਿਆਉਣਾ ਹੈ ਨਾ, ਇਹ ਵੀ ਬਹੁਤ ਬੁਰਾ ਹੈ, ਇਹ ਵੀ ਸਾਡੀ ਆਤਮਾ ਨੂੰ ਮੈਲੀ ਕਰਦਾ ਹੈ। ਸੰਤਾਂ ਦੀ ਇਹ ਜ਼ਿੰਦਗੀ ਦੀ ਮਿਸਾਲ ਹੁੰਦੀ ਹੈ ਕਿ ਰੋਜੀ ਰੋਟੀ ਆਪਣੀ, ਚਾਹੇ ਕੋਈ ਵੀ ਧੰਦਾ ਕਰਕੇ ਤੁਸੀਂ ਅਪਣਾਓ, ਆਪਣੀ ਖਾਓ, ਉਸ ਤੋਂ ਬਾਅਦ ਤਨ ਨੂੰ ਵੀ ਪਵਿੱਤਰ ਰੱਖੋ। ਜਿੰਨਾ ਤੁਹਾਡਾ ਅੰਨ ਪਵਿੱਤਰ ਹੋਏਗਾ ਓਨਾ ਹੀ ਤੁਹਾਡਾ ਤਨ ਵੀ ਪਵਿੱਤਰ ਹੋਏਗਾ। ਜਿੰਨਾ ਤਨ ਪਵਿੱਤਰ ਆ ਓਨਾ ਹੀ ਮਨ ਪਵਿੱਤਰ ਹੋਏਗਾ। ਜਦੋਂ ਮਨ ਪਵਿੱਤਰ ਦੇ ਨਾਲ ਤੁਸੀਂ ਸਿਮਰਨ ਕਰੋਗੇ, ਤੁਹਾਡੀ ਆਤਮਾ ਦੇ ਉੱਤੇ ਜਿਹੜੀ ਜਨਮਾਂ ਜਨਮਾਤਰਾਂ ਦੀ ਜੰਗ ਲੱਗੀ ਹੈ, ਮੈਲ ਲੱਗੀ ਹੈ, ਉਹ ਸਭ ਲੈ ਜਾਏਗੀ। ਮਹਾਰਾਜ ਸਾਵਣ ਨੇ ਭਰੀ ਸੰਗਤ ਦੇ ਵਿੱਚ ਇਹ ਲਫ਼ਜ਼ ਕਿਹਾ ਸੀ ਕਿ ਦੇਖੋ ਪਿਆਰਿਓ, ਮੈਂ ਬਜ਼ੁਰਗ ਹੋ ਗਿਆ ਹਾਂ, ਜੇ ਕਿਸੇ ਤੋਂ ਮੈਂ ਲੈਣਾ ਹੈ ਤੇ ਮੈਂ ਉਹ ਮਾਫ ਕੀਤਾ ਹੈ। ਜੇ ਕਿਸੇ ਨੇ ਮੈਥੋਂ ਲੈਣਾ ਹੈ ਤੇ ਬੇਸ਼ੱਕ ਉਹ ਖੜਾ ਹੋ ਕੇ ਕਹਿ ਸਕਦਾ ਹੈ ਮੈਂ ਸੰਗਤ ਦੀ ਕਾਰ ਵਰਤੀ ਹੈ, ਤੇਲ ਵਰਤਿਆ ਹੈ ਜਾਂ ਸਬਜ਼ੀ ਵਰਤੀ ਹੈ, ਬਾਕੀ ਮੈਂ ਸੰਗਤ ਦਾ ਲੰਗਰ ਚ ਪਾਇਆ ਆਪਦੀ ਕਮਾਈ ਚੋਂ, ਮੈਂ ਸੰਗਤ ਦੇ ਵਿੱਚੋਂ ਨਹੀਂ ਖਾਧਾ। ਮਹਾਰਾਜ ਕਿਰਪਾਲ ਦਾ ਅਸੀਂ ਖੁਦ ਦੇਖਦੇ ਰਹੇ ਹਾਂ, ਸੰਤ ਆਪਦਾ ਖਰਚਾ ਘਟਾ ਲੈਂਦੇ ਹੈ, ਆਪਣੇ ਤੇ ਖਰਚਾ ਨਹੀਂ ਉਹ ਜ਼ਿਆਦਾ ਕਰਦੇ ਗਏ, ਬਲਕਿ ਆਪਦੀ ਆਮਦਨ ਚੋਂ ਵੀ ਉਹ ਕਿਸੇ ਗਰੀਬ ਦੀ ਜ਼ਰੂਰ ਮਦਦ ਕਰਦੇ ਆ। ਸੰਤ ਤਨ ਨਾਲ ਵੀ ਸੇਵਾ ਕਰਦੇ ਆ ਆਪਦੇ ਗੁਰੂ ਦੇ ਦਰਬਾਰ ਵਿੱਚ, ਉਹਨਾਂ ਨੇ ਬੜੀ ਸੇਵਾ ਕਰੀ ਹੁੰਦੀ ਹੈ। ਮਨ ਨਾਲ ਵੀ ਸਿਮਰਨ ਦੀ ਉਹਨਾਂ ਨੇ ਸੇਵਾ ਕਰੀ ਹੁੰਦੀ ਹੈ। ਧਨ ਵੀ ਉਹਨਾਂ ਨੇ ਗੁਰੂ ਦੀ ਚਰਨਾਂ ਵਿੱਚ ਬੇਸ਼ੁਮਾਰ ਲਾਇਆ ਹੁੰਦਾ, ਆਪਦੀ ਆਮਦਨ ਤੋਂ ਵੱਧ ਲਾਇਆ ਹੁੰਦਾ ਹੈ। ਕਿਉਂ ਲਾਇਆ ਹੁੰਦਾ ਹੈ ਕਿ ਧਨ ਸੇਵਾ ਦੇ ਵਿੱਚ ਲਾਇਆ ਹੀ, ਗੁਰੂ ਦੇ ਚਰਨਾਂ ਵਿੱਚ ਲਾਇਆ ਹੀ ਪਵਿੱਤਰ ਹੈ। ਕਬੀਰ ਸਾਹਿਬ ਨੇ ਕਿਹਾ ਸੀ, ਹੱਥੀ ਖਾਈਏ ਹੱਥੀਂ ਦੇਈਏ, ਹੱਥੀ ਬੰਨੀਏ ਪੱਲੇ, ਐਸਾ ਕੋਈ ਨਾ ਜਨਮਿਆ ਜੋ ਮੁਇਆ ਪਿੱਛੋਂ ਕੱਲੇ। ਪਿਆਰਿਓ, ਤੁਸੀਂ ਕੱਲ ਦੀ ਉਡੀਕ ਨਾ ਕਰੋ, ਤੁਸੀਂ ਕੋਸ਼ਿਸ਼ ਕਰੋ ਆਪਣੀ ਤਰਫੋਂ ਕਿ ਅਸੀਂ ਗੁਰੂ ਦੇ ਬੈਠਿਆਂ ਬੈਠਿਆਂ ਪੂਰਨ ਬਣੀਏ। ਗੁਰੂ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੇਰੇ ਬੱਚੇ ਮੇਰੇ ਜੀਵਨ ਕਾਲ ਦੇ ਵਿੱਚ ਕੋਈ ਤਾਂ ਪਾਸ ਹੋਇਆ ਹੈ। ਪਿਆਰਿਓ, ਉਹਨਾਂ ਦੇ ਜੀਵਨ ਕਾਲ 'ਚ ਬੜੇ ਪ੍ਰੇਮੀ ਹੁੰਦੇ ਆ ਜਿਹੜੇ ਸ਼ਬਦ ਦੀ ਧਾਰ ਆਪਦੇ ਅੰਦਰ ਪ੍ਰਗਟ ਕਰੀ ਬੈਠੇ ਹੁੰਦੇ ਹੈ, ਗੁਰੂ ਦੇ ਨਾਲ ਇੱਕ ਹੋਏ ਹੁੰਦੇ ਹੈ। प्यारे महाराज जी, क्या भजन को पढ़कर के गाना बेहतर है या उस समय दर्शन प्राप्त करना बेहतर है? क्योंकि दोनों ही जरूरी है। ਹਾਂ ਬਈ, ਅਸੀਂ ਬੋਲਣਾ ਜ਼ਬਾਨ ਨਾਲ ਹੈ, ਦਰਸ਼ਨ ਅਸੀਂ ਅੱਖ ਦੇ ਨਾਲ ਕਰਨਾ ਹੈ। जो जिनको नहीं आते वो पढ़ के गाते हैं ना, उनके लिए। जिनको मुंह जबानी नहीं आते शब्द और वो किताब में से पढ़ते हैं तो उस टाइम तो दर्शन नहीं कर पाते, उनके बारे में सवाल है। अच्छा हाँ भाई, मैं ऐसे ਦਰਸ਼ਨਾਂ ਦੀ ਮਹਾਨਤਾ ਮਹਾਰਾਜ ਸਾਵਣ ਸਿੰਘ ਹਮੇਸ਼ਾ ਹੀ ਬੜੀ ਦੱਸਦੇ ਹੁੰਦੇ ਸੀਗੇ ਕਿ ਜ਼ਿਆਦੇ ਜੋ ਲਾਭ ਹੈ ਉਹ ਦਰਸ਼ਨਾਂ ਦਾ ਹੀ ਹੈ। ਕਿਉਂ ਕਿ ਪਰਮਾਤਮਾ ਆਪਦਾ ਸਰੂਪ ਲੈ ਕੇ ਸੰਸਾਰ ਵਿੱਚ ਦਰਸ਼ਨਾਂ ਕਰਕੇ ਆਉਂਦਾ ਹੈ। ਪਰਮਾਤਮਾ ਸਰਬ ਵਿਆਪਕ ਹੈ, ਉਹ ਅਲੱਖ ਹੈ, ਅਗੰਮ ਹੈ, ਅਸੀਂ ਉਹਦਾ ਧਿਆਨ ਨਹੀਂ ਧਰ ਸਕਦੇ, ਉਸ ਨੂੰ ਮਿਲ ਨਹੀਂ ਸਕਦੇ। ਇਸ ਕਮਜ਼ੋਰੀ ਨੂੰ ਦੇਖ ਕੇ ਹੀ ਉਹ ਪਰਮਾਤਮਾ ਇਨਸਾਨ ਦੀ ਨੂੰ ਉਹ ਇਨਸਾਨ ਦੇ ਜਾਮੇ ਵਿੱਚ ਆਉਂਦਾ ਹੈ। ਮਹਾਰਾਜ ਕਿਰਪਾਲ ਨੇ ਤੇ ਜਾਤੀ ਤੌਰ ਤੇ ਮੈਨੂੰ ਦੱਸੀ ਸੀ ਆਪਦੀ ਪਹਿਲੀ ਅਵਸਥਾ। ਡਾਕਟਰ ਜਾਨਸ਼ਨ ਔਰ ਮਹਾਰਾਜ ਕਿਰਪਾਲ ਰਾਤ ਨੂੰ ਮਹਾਰਾਜ ਸਾਵਣ ਦੀਆਂ ਲੱਤਾਂ ਕੁੱਟ ਰਹੇ ਸੀਗੇ। ਉਦੋਂ ਉਹਨਾਂ ਨੂੰ ਪੁੱਛਿਆ ਕਿ ਜੀ ਅੰਦਰ ਕਿਸ ਤਰ੍ਹਾਂ ਦਾ ਦਰਸ਼ਨ ਹੋਏਗਾ, ਤਾਂ ਮਹਾਰਾਜ ਸਾਵਣ ਸਿੰਘ ਕਹਿਣ ਲੱਗੇ, ਦੇਖੋ ਬਈ, ਅੰਦਰ ਆਹ ਹੀ ਨਕਸ਼ ਹੋਣਗੇ ਜਿਹੜੇ ਤੁਸੀਂ ਹੁਣ ਦੇਖਦੇ ਹੋ। ਇਸ ਗੱਲ ਦੀ ਪ੍ਰੇਮੀ ਵੀ ਗਵਾਹੀ ਭਰਦੇ ਆ, ਜਿਹੜੇ ਇਹ ਕਹਿੰਦੇ ਆ ਗੁਰੂ ਆ ਗਿਆ। ਤੁਸੀਂ ਸੋਚ ਕੇ ਦੇਖ ਸਕਦੇ ਹੋ, ਉਹਨਾਂ ਨੂੰ ਉਹ ਗੁਰੂ ਦਿਸਦਾ ਤਾਂ ਕਹਿੰਦੇ ਆ ਨਾ ਆ ਗਿਆ, ਜਿਨ੍ਹਾਂ ਦਾ ਦਰਸ਼ਨ ਪੱਕਿਆ ਹੈ ਉਹੀ ਇਹ ਕਹਿੰਦੇ ਹੈ। ਪਿਆਰਿਓ, ਬਾਹਰਲਾ ਚਿਹਰਾ ਇੰਨਾ ਆਕਰਸ਼ਿਤ ਨਹੀਂ ਹੁੰਦਾ, ਅੰਦਰ ਮੈਗਨੇਟ ਦੀ ਤਰ੍ਹਾਂ ਅੰਦਰ ਖਿੱਚਦਾ ਹੈ ਔਰ ਬੜੇ ਤੇਜ਼ ਵਾਲਾ ਉਹ ਚਿਹਰਾ ਹੁੰਦਾ ਹੈ ਜੋ ਸੂਖਸ਼ਮ ਹੈ,
ਜਿਵੇਂ ਜਿਵੇਂ ਸਿੱਖ ਅੰਦਰ ਜਾਂਦਾ ਹੈ, ਸੂਖਸ਼ਮ ਨੌਗਾਹਾਂ ਨੂਰੀ ਸੋਹਣਾ ਹੈ। ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਆ ਕਿ ਅੰਦਰਲਾ ਸਰੂਪ ਜਿਹੜਾ ਹੈ ਉਹ ਬੜਾ ਆਕਰਸ਼ਿਤ ਹੁੰਦਾ ਹੈ। ਗੁਰੂ ਦੀ ਨਜ਼ਰ ਆਤਮਾ ਉੱਪਰ ਹੁੰਦੀ ਹੈ। ਇਸ ਵਾਸਤੇ ਉਹ ਜਿਹਨੂੰ ਨਾਮ ਦਿੰਦਾ ਹੈ ਉਹ ਅਭੁੱਲ ਹੁੰਦਾ ਹੈ। ਨਾਮ ਜਿਹਨੂੰ ਦਿੰਦਾ ਉਹਨੂੰ ਕਦੇ ਵੀ ਭੁੱਲਦਾ ਨਹੀਂ। ਅਗਰ ਸਤਿਗੁਰੂ ਦੀ ਆਤਮਾ ਜਿਹੜੀ ਹੈ ਉਹ ਪਹਿਲੀ ਤਾਂ ਗੱਲ ਹੈ ਕਿ ਕਾਲ ਉਹਨੂੰ ਅੰਗੀਕਾਰ ਨਹੀਂ ਕਰਦਾਗਾ। ਅਗਰ ਕਰਦਾ ਹੈ ਤੇ ਸੰਤ ਨਰਕ ਚੋਂ ਜਾ ਕੇ ਵੀ ਆਪਦੀ ਆਤਮਾ ਨੂੰ ਪਾਲ ਲੈਂਦਾ ਹੈ। ਤੁਸੀਂ ਖੁਦ ਸੋਚ ਕੇ ਦੇਖ ਲਓ, ਜੇ ਉਹਦੀ ਕੋਈ ਨਿਸ਼ਾਨੀ ਨਾ ਹੋਏਗੀ ਤਾਂ ਉਹ ਗੁਰੂ ਕਿਵੇਂ ਜਾ ਕੇ ਭਾਲੇਗਾ। ਜੇ ਸੇਵਕ ਦਾ ਧਿਆਨ ਨਹੀਂ ਪੱਕਿਆ ਹੋਏਗਾ ਉਹ ਕਿਸ ਤਰ੍ਹਾਂ ਉਸ ਗੁਰੂ ਦੇ ਨਾਲ ਤੁਰੇਗਾ। ਉਹਨੂੰ ਕੀ ਯਕੀਨ ਹੋਏਗਾ ਕਿ ਇਹ ਮੇਰਾ ਹੀ ਗੁਰੂ ਹੈ, ਇੱਕ ਹੀ ਇਸੇ ਨੇ ਨਾਮ ਦਿੱਤਾ ਸੀ। ਸਵਾਮੀ ਜੀ ਨੇ ਕਿਹਾ ਸੀ, ਗੁਰੂ ਕਾ ਧਿਆਨ ਧਰ ਪਿਆਰੇ, ਬਿਨਾਂ ਇਸ ਨਹੀਂ ਛੁੱਟਣਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਸੀਗਾ, ਗੁਰ ਕੀ ਮੂਰਤ ਮਨ ਮੇ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਜੋ ਤੁਹਾਨੂੰ ਉਹ ਮੰਤਰ ਦਿੰਦਾ ਹੈ ਉਸ ਨੂੰ ਜਪੋ, ਉਸ ਨੂੰ ਪਕਾਓ, ਜਿਹਦੇ ਅੱਗੇ ਕੋਈ ਕਾਲ ਦੀ ਤਾਕਤ ਨਹੀਂ ਠਹਿਰੇਗੀ। ਔਰ ਜਿਹੜਾ ਉਹਨਾਂ ਦਾ ਸਰੂਪ ਹੈ ਉਸ ਦਾ ਵੀ ਧਿਆਨ ਇੱਥੇ ਲਿਆਓ। ਗੁਰੂ ਅਰਜਨ ਦੇਵ ਜੀ ਕਹਿੰਦੇ, ਅਕਾਲ ਮੂਰਤ ਹੈ ਸਾਧ ਸੰਤਨ ਕੀ, ਠਹਿਰ ਨਹੀਂ ਕੀ ਧਿਆਨ ਕੋ। ਉਹ ਪਿਆਰਿਓ ਸਰੂਪ ਜਿਹੜਾ ਹੈ ਉਹ ਕਾਲ ਦੇ ਦਾਇਰੇ ਤੋਂ ਪਾਰੋਂ ਆਉਂਦਾ ਹੈ। ਇੱਕ ਵਾਰੀ ਅਗਰ ਅਸੀਂ ਉਹਦੇ ਨਾਲ ਜੁੜ ਜਾਂਦੇ ਹਾਂ, ਤੁਸੀਂ ਦੇਖ ਲਓ ਦੁਨੀਆ ਦਾ ਖਿਆਲ, ਦੁਨੀਆ ਦਾ ਤਸ਼ੱਬਰ, ਦੁਨੀਆ ਦਾ ਧਿਆਨ ਹੈ ਜਿਹੜਾ ਬਗੈਰ ਸੋਚਿਆ ਹੀ ਸਾਡਾ ਬਣਦਾ ਰਹਿੰਦਾ ਹੈ। ਉਹ ਤੀਸਰੇ ਤਿਲ ਤੋਂ ਨੀਚੇ ਨਹੀਂ ਆਉਂਦਾਗਾ। ਸਾਡਾ ਖਿਆਲ ਹੈ ਜਿਹੜਾ ਇਕਾਗਰ ਨਹੀਂ ਹੋਇਆ ਹੁੰਦਾਗਾ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ ਕਿ ਸਤਸੰਗੀ ਨੂੰ ਉਸ ਜਗ੍ਹਾ ਬੈਠਣਾ ਚਾਹੀਦਾ ਹੈ ਜਿੱਥੇ ਆਸਾਨੀ ਨਾਲ ਉਹਦੇ ਦਰਸ਼ਨ ਹੁੰਦੇ ਰਹਿਣ। ਕਦੇ ਵੀ ਸਾਨੂੰ ਪਿੱਛੇ ਜਾਂ ਸਾਈਡ ਤੇ ਬੈਠਣ ਦੀ ਕੋਸ਼ਿਸ਼ ਨਾ ਕਰੋ। ਉਹ ਕਹਿੰਦੇ ਹੁੰਦੇ ਸੀਗੇ ਵੀ ਜਿਹੜਾ ਪਹਿਲਾਂ ਆਉਂਦਾ ਹੈ ਉਹ ਪਹਿਲਾਂ ਬੈਠੇ, ਜਿਹੜਾ ਪਿੱਛੋਂ ਆਉਂਦਾ ਉਹਨੂੰ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਦੂਸਰੇ ਨੂੰ ਉਠਾਉਣ ਦੀ। ਜ਼ਿਆਦਾ ਤਾਂ ਨਹੀਂ 5-5 6-6 ਘੰਟੇ ਮਹਾਰਾਜ ਸਾਵਣ ਸਿੰਘ ਦੇ ਅਸੀਂ ਅੱਗੇ ਬੈਠਣ ਦੀ ਖਾਤਰ ਪਹਿਲਾਂ ਆ ਕੇ ਬਹਿੰਦੇ ਹੁੰਦੇ ਸੀ, ਤਾਂ ਕਿ ਕੋਈ ਸਾਨੂੰ ਫੇਰ ਨਾ ਪਿੱਛੇ ਧਕੇਲੇ, ਜਗ੍ਹਾ ਨਾ ਮਿਲੇ ਪਿੱਛੋਂ ਆ ਕੇ। ਹਾਲਾਂਕਿ ਮਹਾਰਾਜ ਸਾਵਣ ਸਿੰਘ ਦਾ ਜਿਹੜਾ ਉਪਦੇਸ਼ ਸੀਗਾ ਬੜਾ ਸ਼ਾਦਾ, 2 ਲਫ਼ਜ਼ਾਂ 'ਚ ਹੀ ਉਹ ਗੱਲ ਨੂੰ ਸਮਝਾਉਂਦੇ ਸੀਗੇ। ਉਹ ਕਹਿੰਦੇ ਹੁੰਦੇ ਸੀਗੇ, ਬਈ ਜੱਟ ਦੀ ਨਜ਼ਰ ਪਿੱਛੇ ਜ਼ਿਆਦੇ ਹੁੰਦੀ ਆ ਕਿਆਰੇ ਤੇ, ਜਿੱਧਰੋਂ ਪਾਣੀ ਛੱਡਦਾ ਵੀ ਪਿਛਲੇ ਪਾਸੇ ਜ਼ਿਆਦੇ ਹੁੰਦੀ ਆ। ਉਹ ਸਾਨੂੰ ਕਹਿੰਦੇ ਹੁੰਦੇ ਸੀ ਅੱਗੇ ਬੈਠਣ ਵਾਸਤੇ ਲੜੋ ਨਾ ਤੁਸੀਂ, ਤੇ ਮੇਰੀ ਨਜ਼ਰ ਪਿੱਛੇ ਵੀ ਹੈਗੀ ਹੈ। ਉਹ ਧਿਆਨ ਤੇ ਬੜਾ ਜ਼ੋਰ ਦਿੰਦੇ ਹੁੰਦੇ ਸੀਗੇ। ਉਹ ਕਹਿੰਦੇ ਹੁੰਦੇ ਸੀਗੇ ਕਿ ਦੇਖੋ ਬਈ ਧਿਆਨ ਤੁਹਾਡਾ ਸਤਸੰਗ ਦੇ ਵਿੱਚ, ਉਹ ਆਦੇ ਹੁੰਦੇ ਸੀ ਬੜਾ ਹੀ ਅੱਛਾ ਮੌਕਾ ਹੈ ਤੁਹਾਨੂੰ ਘੰਟਾ 1.5 ਘੰਟਾ ਧਿਆਨ ਲਾਉਣ ਦਾ। ਉਸ ਵੇਲੇ ਤੁਹਾਡੀ ਪਾਠੀ 'ਚ ਵੀ ਨਿਗਾਹ ਨਾ ਹੋਵੇ। ਗੁਰੂ ਅਗਰ ਕਿਸੇ ਨਾਲ ਗੱਲ ਵੀ ਕਰਦਾ ਤੁਹਾਡਾ ਧਿਆਨ ਉਸੇ ਜਗ੍ਹਾ ਹੀ ਹੋਵੇ। ਕਬੀਰ ਸਾਹਿਬ ਨੇ ਕਿਹਾ ਸੀਗਾ, ਸਾਧੂ ਕਾ ਨਿਰਖ ਆਂਖ ਔਰ ਮਾਥਾ, ਸਤ ਕਾ ਨੂਰ ਰਹੇ ਤੇ ਸਾਥਾ। ਜੋ ਲੋਕ ਸੰਗਤ ਦੇ ਵਿੱਚ ਟਿਕ ਲਾ ਕੇ ਦੇਖਦੇ ਹੈ ਉਹ ਬਹੁਤ ਕੁਛ ਜਦ ਸਤਸੰਗ ਹੁੰਦਾ ਹੈ ਦੇਖਦੇ ਹੈ, ਉਹਨਾਂ ਨੂੰ ਬੜੇ ਤਜਰਬੇ ਅੱਛੇ ਹੁੰਦੇ ਹੈ। ਪਿਆਰਿਓ ਹੁਣ ਸਵਾਲ ਹੈ ਤੁਹਾਡਾ ਵੀ, ਜਿਹੜਾ ਭਜਨ ਪੜ੍ਹ ਕੇ ਬੋਲਦਾ ਹੈ, ਮੈਂ ਤੁਹਾਨੂੰ ਇਹ ਦੱਸਦਾ ਹੁੰਦਾ ਹਮੇਸ਼ਾ ਹੀ ਕਿ ਪਹਿਲਾਂ ਪ੍ਰੈਕਟਿਸ ਕਰ ਲਓ, ਤਾਂ ਕਿ ਤੁਹਾਨੂੰ ਉਦੋਂ ਜ਼ਿਆਦਾ ਕਿਤਾਬ ਦਾ ਸਹਾਰਾ ਲੈਣਾ ਪਵੇ। ਬਸ ਮਾਮੂਲੀ ਅੱਗੇ ਰੱਖਿਆ, ਪੰਨਾ ਨੰਬਰ ਬੋਲਿਆ ਪ੍ਰੇਮੀਆਂ ਨੂੰ, ਤੁਹਾਡੇ ਜਦੋਂ ਪੰਨਾ ਨੰਬਰ ਵੀ ਪਹਿਲਾਂ ਹੀ ਯਾਦ ਹੋਏਗਾ, ਜੋ ਤੁਹਾਨੂੰ ਟਰਨ ਆ ਗਈ ਹੈ ਉਸ ਵੇਲੇ ਤੁਸੀਂ ਉਹ ਸ਼ਬਦ, ਧਿਆਨ ਤੁਹਾਡਾ ਉਸੇ ਜਗ੍ਹਾ ਹੀ ਹੈ। ਤੁਸੀਂ ਕਹੋਗੇ ਫਲਾਨਾ ਪੰਨੇ ਹੈ ਬਈ, ਤਾਂ ਸ਼ਬਦ ਤੁਹਾਡੇ ਯਾਦ ਤਾਂ ਹੈਗਾ, ਪੋਥੀ ਤੁਸੀਂ ਉੱਥੇ ਵਰਾਏ ਨਾਮ ਹੀ ਤੁਹਾਡੇ ਅੱਗੇ ਹੋਏਗੀ, ਧਿਆਨ ਤੁਹਾਡਾ ਗੁਰੂ ਜੀ ਹੋਏਗਾ। ਪਿਆਰਿਓ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ, ਹੱਥ ਕਾਰ ਵੰਨੀ ਦਿਲ ਯਾਰ ਵੰਨੀ। ਤੋ ਤੁਹਾਨੂੰ ਵੀ ਸਾਨੂੰ ਵੀ ਸਤਸੰਗੀਆਂ ਨੂੰ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ। ਦਿਲ ਦੀ ਤਾਰ, ਅੱਖ ਦੀ ਤਾਰ ਉਸੇ ਤਰ੍ਹਾਂ ਹੀ ਵੱਜਦੀ ਰਵੇ। ਹਾਂ ਭਾਈ ਬਸ। ਹਾਂ ਭਾਈ ਪਿਆਰਿਓ, ਬੜੇ ਅੱਛੇ ਪ੍ਰੇਮੀਆਂ ਦੇ ਸਵਾਲ ਸੀਗੇ, ਬੜਾ ਦਿਲ ਖੁਸ਼ ਹੋਇਆ ਉਸ ਪਰਮਾਤਮਾ ਸਾਵਣ ਕਿਰਪਾਲ ਨੂੰ ਯਾਦ ਕਰਕੇ, ਕਿਉਂਕਿ ਜ਼ਿਆਦਾਤਰ ਮੈਂ ਆਪਦੀ ਹੱਡਬੀਤੀ ਜੋ ਮੇਰੀ ਹੈ ਉਹੀ ਦੱਸਦਾ ਹੈ।
ਸਾਦੇ ਲਫ਼ਜ਼ਾਂ ਦੇ ਵਿੱਚ ਹੀ ਦੱਸਦਾ ਹੈ, ਕਿਉਂਕਿ ਮਹਾਰਾਜ ਸਾਵਣ ਨੇ ਹਮੇਸ਼ਾ ਕਹਿੰਦੇ ਹੁੰਦੇ ਸੀਗੇ ਕਿ ਵੀ ਜਿਹਨੇ 2 ਲਫ਼ਜ਼ਾਂ ਗੱਲ ਸਮਝਣੀ ਹੈ ਉਹ ਮੇਰੇ ਕੋਲੇ ਆਓ, ਜਿਹਨੇ ਜ਼ਿਆਦਾ ਲਫ਼ਜ਼ਾਂ ਨਾਲ ਸਮਝਣੀ ਹੈ ਉਹ ਕਿਰਪਾਲ ਸਿੰਘ ਕੋਲੇ ਜਾਓ। ਉਹ ਕਹਿੰਦੇ ਹੁੰਦੇ ਸੀ ਕਿਰਪਾਲ ਸਿੰਘ ਪਹਿਲਾਂ ਤਾਂ ਗਨ ਨੂੰ ਖੋਲਦਾ ਹੈ, ਫੇਰ ਇਹ ਜੋੜਦਾ ਹੈ। ਸੋ ਮਹਾਰਾਜ ਸਾਵਣ ਕਹਿੰਦੇ ਹੁੰਦੇ ਸੀਗੇ, ਚਾਹੇ ਤੁਸੀਂ ਲੱਠ ਕਹਿ ਦਿਓ ਚਾਹੇ ਡੰਡਾ ਕਹਿ ਦਿਓ, ਬਾਤ ਇੱਕੋ ਹੀ ਹੈ। ਸੋ ਮੇਰੀ ਤਾਂ 2 ਹਰਫੀ ਗੱਲ ਹੈ ਕਿ ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਆਪਦੇ ਵਕਤ ਦੀ ਬੜੀ ਕਦਰ ਕੀਤੀ। ਜੋ ਕੁਛ ਉਹਨਾਂ ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਦੋਂਦੇ ਮੈਨੂੰ ਮਿਲਿਆ ਪਿਆਰ, ਉਹੀ ਤੁਹਾਡੇ ਨਾਲ ਵੰਡ ਰਿਹਾ ਹੈ। ਸੱਚ ਤਾਂ ਇਹ ਹੈ ਕਿ ਮੇਰੇ ਦਿਲ ਦੇ ਵਿੱਚ, ਮੇਰੇ ਅੰਦਰ, ਮੇਰੇ ਦਿਮਾਗ ਦੇ ਅੰਦਰ ਉਹਨਾਂ ਦੀ ਯਾਦ ਬੜੀ ਭਰੀ ਹੋਈ ਹੈ। ਜਦ ਮੈਂ ਉਹਨਾਂ ਦੀ ਗੱਲ ਕਰਦਾ ਹੈ, ਜਿਵੇਂ ਸਪਰਿੰਗ ਖਿੱਚਦੇ ਹੈ ਉਹ ਤਣਿਆ ਜਾਂਦਾ ਹੈ, ਜਿਵੇਂ ਜਿਵੇਂ ਉਹ ਢਿੱਲਾ ਹੁੰਦਾ ਹੈ ਉਸ ਨੂੰ ਆਪਦੀ ਜਗ੍ਹਾ ਤੇ ਜਾਂਦਾ ਹੈ। ਇਸੇ ਤਰ੍ਹਾਂ ਹੈ, ਮੈਨੂੰ ਬੜੀ ਸ਼ਾਂਤੀ ਆਉਂਦੀ ਹੈ, ਬੜਾ ਆਰਾਮ ਆਉਂਦਾ ਹੈ ਜਦੋਂ ਮੈਂ ਆਪਦੇ ਗੁਰੂ ਦੀਆਂ ਬੀਤੀਆਂ ਹੋਈਆਂ ਗੱਲਾਂ ਜੋ ਉਹਨਾਂ ਦੇ ਨਾਲ ਬੈਠ ਕੇ ਸੰਪਰਕ ਕੀਤਾ ਯਾਦ ਕਰਦਾ ਹੈ, ਤੁਹਾਨੂੰ ਦੱਸਦਾ ਹੈ। ਮਹਾਰਾਜ ਸਾਵਣ ਸਿੰਘ ਜ਼ਿਆਦਾਤਰ ਮਹਾਰਾਜ ਕਿਰਪਾਲ ਨੂੰ ਜਾਂ ਬਾਊ ਜੀ ਕਹਿੰਦੇ ਹੁੰਦੇ ਸੀਗੇ ਤੇ ਜਾਂ ਮੌਲਵੀ ਕਹਿੰਦੇ ਹੁੰਦੇ ਸੀਗੇ। ਇੱਕ ਦਫਾ ਸ਼ਾਦੀ ਹੋਣੀ ਸੀਗੀ ਤੋ ਮਹਾਰਾਜ ਕਿਰਪਾਲ ਦਾ ਇੰਤਜ਼ਾਰ ਕਰਦੇ ਸੀਗੇ ਤੇ ਮਹਾਰਾਜ ਸਾਵਣ ਸਿੰਘ ਕਹਿਣ ਲੱਗੇ ਵੀ ਸਾਡੇ ਮੌਲਵੀ ਨੂੰ ਤਾਂ ਆ ਜਾਣ ਦਿਓ, ਕਿਉਂਕਿ ਮੌਲਵੀ ਪੜ੍ਹਿਆ ਲਿਖਿਆ ਜ਼ਿਆਦਾ ਹੁੰਦਾ ਹੈ, ਕੁਰਾਨ ਦਾ ਵਾਕਿਫ ਹੁੰਦਾ ਹੈ। ਇਸੇ ਤਰ੍ਹਾਂ ਮਹਾਰਾਜ ਕਿਰਪਾਲ ਸਿੰਘ ਮੌਲਵੀਆਂ ਨੂੰ, ਮੁਸਲਮਾਨਾਂ ਨੂੰ ਜ਼ਿਆਦਾਤਰ ਉਹੀ ਸਮਝਾਉਂਦੇ ਹੁੰਦੇ ਸੀਗੇ